हेलो। हेलो, हाँ जी डॉक्टर साहब, मैं परमजोत बोल ਰਿਹਾ जी ਟੋਰਾਂਟੋ ਤੋਂ। हाँ जी, हाँ जी। ਹਾਂਜੀ, ਹੋਰ ਕੀ ਆਪਣਾ ਇਸ ਵੇਲੇ ਲਾਈਵ ਚੱਲ ਰਿਹਾ ਜੀ ਪ੍ਰੋਗਰਾਮ, ਜਿਵੇਂ ਆਪਾਂ ਗੱਲਬਾਤ ਕੀਤੀ ਸੀ ਪਹਿਲਾਂ। अच्छा, ठीक है जी। ਤੇ ਟੌਪਿਕ ਉਹੀ ਟੌਪਿਕ ਜੀ, ਪ੍ਰਸ਼ਾਂਤ ਭੂਸ਼ਣ ਤੇ ਜਿਹੜਾ ਸੁਪਰੀਮ ਕੋਰਟ ਵਾਲਾ ਜਿਹੜਾ ਅੱਜ ਕੱਲ ਮਸਲਾ ਕਾਫੀ ਭਖਿਆ ਹੋਇਆ ਜੀ। हाँ जी, हाँ जी। ਕਿਉਂਕਿ ਤੁਸੀਂ ਦੋਵਾਂ ਨੇ ਇਕੱਠਿਆਂ ਨੇ ਆਮ ਆਦਮੀ ਪਾਰਟੀ ਦੇ ਤੇ ਉਸ ਤੋਂ ਪਹਿਲਾਂ ਇੰਡੀਆ ਅਗੇਂਸਟ ਕਰਪਸ਼ਨ ਮੂਵਮੈਂਟ ਦੇ ਪਲੇਟਫਾਰਮ ਦੇ ਉੱਤੇ ਕੰਮ ਕੀਤਾ ਜੀ। हाँ जी, हाँ जी। ਤੇ ਪਾਰਟੀ ਵੀ ਤੁਸੀਂ ਜਦੋਂ ਛੱਡੀ, ਆਮ ਆਦਮੀ ਪਾਰਟੀ ਦੇ ਖਿਲਾਫ ਤੁਸੀਂ ਜਦੋਂ ਆਪਣਾ ਨਾਰਾ ਬੁਲੰਦ ਕੀਤਾ, ਆਪਣਾ ਸਟੈਂਡ ਲਿਆ, ਇਹ ਮੇਰਾ ਖਿਆਲ ਇੱਥੋਂ ਹੀ ਟ੍ਰਿਗਰ ਹੋਇਆ हाँ ਸੀ जी, ਜੀ, ਜਦੋਂ ਪ੍ਰਸ਼ਾਂਤ ਭੂਸ਼ਣ ਉਹਨਾਂ ਨੂੰ ਕੇਜਰੀਵਾਲ ਨੇ 67 ਸੀਟਾਂ ਲੈਣ ਤੋਂ ਬਾਅਦ ਤੇ ਇਹਨਾਂ ਨੂੰ बिल्कुल जी, बिल्कुल। ਗੁੰਡਾਗਰਦੀ ਕਰਦੇ ਹੋਏ ਪਾਰਟੀ ਚੋਂ ਬਾਹਰ ਕੱਢਿਆ ਸੀ, ਤੇ ਤੁਸੀਂ ਵੀ ਆਪਣੇ ਆਪ ਹੀ ਨਾਲ ਆ ਗਏ ਸੀ ਚੱਲ ਕੇ ਬਾਹਰ। ਬਿਲਕੁਲ ਮੈਨੂੰ ਲੱਗਿਆ ਕਿ ਬਹੁਤ ਗੈਰ ਜਮਹੂਰੀ ਗੱਲ ਹੈ, ਤਾਂ ਕਹਿੰਦੇ ਸੀ ਕਿ ਪਾਰਟੀ ਅੰਦਰ ਜਮਹੂਰੀਅਤ ਹੋਊਗੀ। ਇੱਥੇ ਤਾਂ ਪਾਰਟੀ 'ਚ ਗੱਲ ਕਰਨੀ ਮਤਲਬ ਜੁਰਮ ਹੈਗੀ ਹੈ। ਤੇ ਜੇ ਪ੍ਰਸ਼ਾਂਤ ਹੋਰਾਂ ਵਰਗੇ ਸੀਨੀਅਰ ਬੰਦਿਆਂ ਨਾਲ, ਜਾਂ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀਗੇ, ਜਿਹੜੇ ਉਹ ਇੰਨੇ ਸੀਨੀਅਰ ਬੰਦਿਆਂ ਨਾਲ ਇਸ ਤਰ੍ਹਾਂ ਵਿਵਹਾਰ ਕਰ ਸਕਦੇ ਹੈ, ਜਿਹੜੇ ਮਤਲਬ ਗੁੰਡਾ ਗੈਂਗ ਬੁਲਾ ਕੇ, ਜਾਂ ਜਿਹਨੂੰ ਮਸਲਮੈਨ ਕਹਿੰਦੇ ਉਹ ਬੁਲਾ ਕੇ ਇਸ ਤਰ੍ਹਾਂ ਕੁੱਟਮਾਰ ਤੱਕ ਪਹੁੰਚ ਸਕਦੇ ਹੈਗੇ, ਤਾਂ ਫਿਰ ਇਹ ਤਾਂ ਪਾਰਟੀ ਦੂਜੀ ਪਾਰਟੀ ਤੋਂ ਵੀ ਬਦਤਰ ਹੈਗੀ ਹੈ ਜਮਹੂਰੀਅਤ ਦਾ ਗਲਾ ਘੁੱਟਣ ਵਾਸਤੇ ਜੀ। ਬਿਲਕੁਲ ਜੀ, ਦੂਜੀ ਕਿਉਂਕਿ ਆਮ ਆਦਮੀ ਪਾਰਟੀ ਦੇਖੋ 2012 ਚ ਬਣਦੀ ਹੈ, ਤੇ 2015 ਦੇ ਵਿੱਚ ਇਹ ਸਾਰੀਆਂ ਚੀਜ਼ਾਂ ਇੰਨੀ ਵਿਦਨ ਪੀਰੀਅਡ ਆਫ 2-3 ਇਅਰਸ, ਤੇ ਇਹ ਪਾਰਟੀ ਜਾਂ ਇਸ ਲੈਵਲ ਤੇ ਨਿਗਾਰ ਆ ਜਾਂਦਾ ਕਿ ਇੱਕ ਬੰਦਾ ਇਹਦੇ ਵਿੱਚ ਕੇਜਰੀਵਾਲ ਵਾਲੇ ਪਾਰਟੀ ਬਣ ਜਾਂਦਾ। ਨੋ ਡਾਊਟ ਜਿਹੜੇ ਬਾਦਲ ਹੈਗੇ ਨੇ ਉਹ ਵੀ ਅਕਾਲੀ ਦਲ ਜਿਹੜਾ ਹੈਗਾ, ਸ਼੍ਰੋਮਣੀ ਅਕਾਲੀ ਦਲ ਅੱਜ ਦੀ ਡੇਟ ਵਿੱਚ ਬਾਦਲੇ ਪਾਰਟੀ ਆ, ਤੇ ਕਾਂਗਰਸ ਦੇ ਵਿੱਚ ਗਾਂਧੀ ਪਰਿਵਾਰ ਹੀ ਕਾਂਗਰਸ ਆ। ਪਰ ਇਹੋ ਜਿਹੇ ਹਾਲਾਤ ਬਣਨ ਨੂੰ ਕਈ ਦਹਾਕੇ ਲੱਗ ਗਏ ਜੀ, ਅਕਾਲੀ ਦਲ ਨੂੰ ਵੀ ਤੇ ਕਾਂਗਰਸ ਨੂੰ ਵੀ ਨਹੀਂ, ਤੇ ਇਹਨਾਂ ਨੇ ਤਾਂ 2-3 ਸਾਲਾਂ ਦੇ ਵਿੱਚ ਇਸ ਲੈਵਲ ਤੇ ਗਿਰ ਗਏ ਜੀ। ਇਹ ਜਿਹੜੇ ਜਿਹੜੇ ਇਹ ਪਹਿਲੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ, ਗਿਰੀਆਂ ਨੇ ਇਸ ਲੈਵਲ ਤੇ। ਤੁਸੀਂ ਤੁਹਾਨੂੰ ਜੀ ਬਿਲਕੁਲ ਸਹੀ ਗੱਲ ਕਹੀ ਹੈ। ਕਾਂਗਰਸ ਨੂੰ ਇਹ ਕਹਿਣ ਵਿੱਚ ਕਿ ਇੰਦਰਾ ਇਜ਼ ਕਾਂਗਰਸ ਐਂਡ ਕਾਂਗਰਸ ਇਜ਼ ਇੰਦਰਾ 70 ਸਾਲ ਲੱਗੇ ਨੇ। ਭਾਜਪਾ ਨੂੰ ਇਹ ਕਹਿਣ ਕਿ ਮੋਦੀ ਇਜ਼ ਭਾਜਪਾ ਐਂਡ ਭਾਜਪਾ ਇਜ਼ ਮੋਦੀ 28-30 ਸਾਲ ਲੱਗੇ ਨੇ। ਇਵੇਂ ਅਕਾਲੀ ਦਲ ਨੂੰ ਵੀ, ਬਾਦਲ ਨੂੰ ਵੀ ਇਹ ਕਹਿਣ ਵਿੱਚ 60-70 ਸਾਲ ਲੱਗੇ ਨੇ। ਪਰ ਇੱਥੇ ਤਾਂ 2.5-3 ਸਾਲਾਂ ਵਿੱਚ ਹੀ ਇਹ ਮਤਲਬ ਇੰਨਾ ਹਾਈ ਕਮਾਂਡ ਕਲਚਰ ਆ ਗਿਆ, ਜਿਹਦੇ ਵਿਰੁੱਧ ਕਹਿੰਦੇ ਸੀ ਕਿ ਅਸੀਂ ਲੜਾਂਗੇ, ਹਾਈ ਕਮਾਂਡ ਕਲਚਰ ਖਤਮ ਕਰਾਂਗੇ। ਕਿ ਕੇਜਰੀਵਾਲ ਇਜ਼ ਆਪ ਐਂਡ ਆਪ ਇਜ਼ ਕੇਜਰੀਵਾਲ। ਉਹਦਾ ਮਤਲਬ ਹੁਕਮ ਮਤਲਬ ਇੱਕ ਅਦਲੀ ਹੁਕਮ ਹੁੰਦਾ ਸੀਗਾ, ਤੇ ਉਹ ਉਹਨੂੰ ਕੋਈ ਵਿਰੋਧ ਨਹੀਂ ਕਰ ਸਕਦਾ ਸੀਗਾ, ਕੋਈ ਆਪਣੀ ਸਲਾਹ ਵੀ ਨਹੀਂ ਦੇ ਸਕਦਾ ਸੀਗਾ। ਔਰ ਇੱਕ ਜਿਹਾ ਡਿਕਟੇਟਰਾਨਾ ਮਤਲਬ ਉਹਨਾਂ ਦੀ ਸ਼ਖਸੀਅਤ ਵਿੱਚ ਪਿਆ ਹੈਗਾ। ਡਿਕਟੇਟਰਸ਼ਿਪ ਉਹਦੀ ਸ਼ਖਸੀਅਤ ਪਈ ਹੈ, ਕਿਸੇ ਦੀ ਗੱਲ ਨਾ ਸੁਣਨਾ, ਔਰ ਹਰ ਗੱਲ ਨੂੰ ਆਪਣੇ ਉੱਤੇ ਇਨਸਿਕਿਉਰ ਸਮਝ ਕੇ ਸਮਝਣਾ ਕਿ ਮੇਰੇ ਵਾਸਤੇ ਫਲਾਨਾ ਫਲਾਨਾ ਬੰਦਾ ਖਤਰਾ ਹੈਗਾ ਹੈ। ਤੇ ਉਹਦਾ ਕਾਰਨ ਇਹ ਹੈਗਾ ਕਿ ਪੁਰਾਣੇ ਜ਼ਮਾਨੇ 'ਚ ਲੀਡਰ ਸਾਲਾਂ ਬੱਧੀ ਉਹ ਮਿਹਨਤ ਕਰਕੇ ਜਾਂ ਵਿਚਰ ਕੇ ਲੋਕਾਂ ਦੇ ਸੰਘਰਸ਼ਾਂ ਵਿੱਚੋਂ ਉਹ ਬਣਦੇ ਸੀਗੇ ਤੇ ਗਿਰਦੇ ਵੀ ਹੌਲੀ ਹੌਲੀ ਸੀਗੇ। ਪਰ ਜਿਹੜਾ ਬੰਦਾ ਇੱਕਦਮ ਲੀਡਰ ਉੱਪਰ ਟੀਸੀ ਦੇ ਪਹੁੰਚਦਾ ਹੈਗਾ ਆ, ਤਾਂ ਉਹ ਬੰਦਾ ਟੀਸੀ ਦੇ ਪਹੁੰਚ ਕੇ ਆਪਣੇ ਆਪ ਨੂੰ ਇਨਸਿਕਿਉਰ ਸਮਝਣ ਲੱਗ ਪੈਂਦਾ, ਮਤਲਬ ਸੁਰੱਖਿਅਤ ਸਮਝਦਾ ਹੈਗਾ। ਉਹਨੂੰ ਹਰ ਇੱਕ ਕੋਲ ਡਰ ਲੱਗਦਾ ਕਿ ਮੈਨੂੰ ਕੋਈ ਟੀਸੀ ਤੋਂ ਲਾਹ ਨਾ ਦੇਵੇ। ਸੋ ਇਹੀ ਕਾਰਨ ਸੀਗਾ ਕਿ ਜਿੰਨੇ ਵੀ ਮਤਲਬ ਕੱਦਾਵਰ ਲੀਡਰ ਸੀਗੇ, ਚਾਹੇ ਪ੍ਰਸ਼ਾਂਤ ਸੀ, ਚਾਹੇ ਜੋਗਿੰਦਰ ਯਾਦਵ ਸੀ, ਚਾਹੇ ਪ੍ਰੋਫੈਸਰ ਅਨੰਤ ਕੁਮਾਰ ਸੀ, ਪ੍ਰੋਫੈਸਰ ਜੀਤ ਝਾਅ ਸੀਗੇ, ਜਿਹੜੇ ਆਪਣੀ ਗੱਲ ਵੱਖਰੀ ਰੱਖਦੇ ਸੀਗੇ। ਔਰ 15 ਦੇ ਚੋਣਾਂ 'ਚ ਵੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਟਿਕਟਾਂ ਦੀ ਵੰਡ ਗਲਤ ਕੀਤੀ ਹੈ, ਇੱਥੇ ਰਿਸ਼ਵਤਖੋਰ ਬੰਦਿਆਂ ਨੂੰ ਟਿਕਟ ਦਿੱਤੀ ਹੈ। ਉਹਨਾਂ ਕਾਂਗਰਸੀਆਂ ਨੂੰ ਜਿਨ੍ਹਾਂ ਨੇ ਹਜ਼ਾਰ ਕਰੋੜ ਰੁਪਇਆ ਰਿਸ਼ਵਤਾਂ ਖਾਧੀਆਂ ਹੋਈਆਂ ਔਰ ਬੜੇ ਬੜੇ ਮਾਲ ਹੜੱਪੇ ਹੋਏ ਹੈਗੇ ਆ, ਤਾਂ ਤੁਸੀਂ ਇਹ ਜਿਹੜੀਆਂ ਟਿਕਟਾਂ ਵੰਡ ਰਹੇ ਹੋ, ਇਹ ਗਲਤ ਵੰਡ ਰਹੇ ਹੋ। ਜਿਸ ਕਰਕੇ ਜਿਹਨੂੰ ਲੱਗਿਆ ਕਿ ਇਹ ਤਾਂ ਮੇਰੀ ਅਥਾਰਟੀ ਨੂੰ ਚੁਣੌਤੀ ਦੇ ਰਿਹਾ, ਕਿ ਉਹ ਕੇਜਰੀਵਾਲ ਹਰ ਹਾਲਤ ਵਿੱਚ ਚੋਣਾਂ ਜਿੱਤਣਾ ਚਾਹੁੰਦਾ ਸੀਗਾ, ਹਰ ਹਾਲਤ ਸਰਕਾਰ ਬਣਾਉਣਾ ਚਾਹੁੰਦਾ ਸੀਗਾ। ਤੇ ਪ੍ਰਸ਼ਾਂਤ ਤੋਂ ਨਹੀਂ ਕਹਿੰਦੇ ਸੀ ਕਿ ਸੀਟਾਂ ਚਾਹੇ ਆਪਾਂ ਨੂੰ 40 ਆ ਜਾਣ, 35 ਆ ਜਾਣ, ਆਪਾਂ ਹਾਰ ਜਾਈਏ, ਪਰ ਜੇ ਆਪਾਂ ਪਾਰਟੀ ਦਾ USP, ਜਿਹਨੂੰ ਕਹਿੰਦੇ ਯੂਨੀਕ ਸੈਲਿੰਗ ਪੁਆਇੰਟ, ਜਿਹੜੀ ਖੂਬੀਆਂ ਹੈਗੀਆਂ ਉਹਨਾਂ ਨੂੰ ਕਾਇਮ ਰੱਖ ਸਕੀਏ, ਤਾਂ ਮਤਲਬ ਅਸੀਂ ਪਾਰਟੀ ਸਾਰੇ ਹਿੰਦੁਸਤਾਨ 'ਚ ਲੈ ਕੇ ਜਾ ਸਕਦੇ ਹਾਂ। ਜੇ ਉਹ ਖੂਬੀਆਂ ਗਵਾ ਲਈਆਂ, ਸੀਟਾਂ ਚਾਹੇ ਦੀ 70 ਲੈ ਜਾਓ, ਤਾਂ ਉਹ ਗੱਲ ਨਹੀਂ ਬਣਨੀ ਹੈਗੀ ਹੈ। ਕਿ ਅਸੂਲ ਜੇ ਛੱਡ ਦਿੱਤੇ ਤਾਂ ਪਾਰਟੀ ਖਤਮ ਹੋ ਜਾਊਗੀ। ਔਰ ਇਹੀ ਕਾਰਨ ਹੈ ਕਿ ਉਸ ਤੋਂ ਬਾਅਦ ਜੋ ਘਟਨਾ ਚੱਕਰ ਵਾਪਰਿਆ, ਜੋ ਪੰਜਾਬ ਦੇ ਲੋਕਾਂ ਨੇ ਦੇਖਿਆ ਕਿਵੇਂ ਸੀਟਾਂ ਦੀ ਵੰਡ ਵੇਚ ਹੋਈ ਹੈ, ਸੈਂਕੜੇ ਕਰੋੜ ਦਾ ਕਾਰੋਬਾਰ ਪੰਜਾਬ 'ਚ ਹੋਇਆ ਹੈਗਾ, ਬੱਚੇ ਬੱਚੇ ਦੀ ਜ਼ੁਬਾਨ ਤੇ ਹੈ, ਮੀਡੀਆ ਦੀ ਡੋਮੇਨ 'ਚ ਹੈ, ਪਬਲਿਕ ਡੋਮੇਨ 'ਚ ਹੈਗਾ ਹੈ। ਔਰ ਜੋ ਪੰਜਾਬ ਜਿਸ ਤਰ੍ਹਾਂ ਦੀਆਂ ਵਿਵਾਦਤ ਸਿਆਸੀ ਸ਼ਖਸੀਅਤਾਂ ਕਾਲੀਆਂ ਚੋਂ, ਜਾਂ ਮਤਲਬ ਪੀਪਲ ਪਾਰਟੀ ਪੰਜਾਬ ਚੋਂ, ਜਾਂ ਕਾਂਗਰਸ ਚੋਂ, ਚਾਹੇ ਅਨੁਰ ਰੰਧਾਵਾ ਹੋਵੇ, ਚਾਹੇ ਉਹ ਚੰਨੀ ਹੋਵੇ ਨਵੇਂ ਸ਼ਹਿਰ ਤੋਂ, ਜਿਸ ਤਰ੍ਹਾਂ ਉਹ ਬੰਦੇ ਲਏ ਨੇ ਮੋਟੀਆਂ ਮੋਟੀਆਂ ਰਕਮਾਂ ਲੈ ਕੇ, ਜਿਵੇਂ ਲੋਕ ਕਹਿੰਦੇ ਨੇ, ਔਰ ਲੋਕ ਇਸ ਗੱਲ ਦੇ ਸਬੂਤ ਵੀ ਦਿੰਦੇ ਨੇ, ਉਸ ਤੋਂ ਇਹ ਪਾਰਟੀ ਦਾ ਜੋ ਚਰਿੱਤਰ ਹੈਗਾ ਹੈ
ਉਹ ਜਿਹੜਾ 14 ਜਿਹੜਾ 15 ਦੇ ਸ਼ੁਰੂ ਵਿੱਚ ਪ੍ਰਸ਼ਾਂਤ ਜੋਗਿੰਦਰ ਤੇ ਅਸੀਂ ਤੇ ਮੈਂ ਜਿਹੜਾ ਸ਼ਾਮਲ ਸੀਗਾ, ਅਸੀਂ ਦੇਖਿਆ ਸੀਗਾ ਉਹ ਚਿੱਤਰ ਪੰਜਾਬ ਜਿਹੜੀ ਬੈਂਗਣੀ ਸੀਗੀ ਉਹ 17 14 ਤੋਂ ਲੈ ਕੇ 17 ਵਿਚਕਾਰ ਜਿਸ ਤਰ੍ਹਾਂ ਉਗੜੀ ਹੈਗੀ ਹੈ, ਤਾਂ ਉਸ ਤੋਂ ਪਤਾ ਲੱਗਦਾ ਹੈਗਾ ਕਿ ਜਿਹੜੀ ਪ੍ਰਸ਼ਾਸਨ ਲੜਾਈ ਸੀਗੀ ਅਸੂਲਾਂ ਵਾਸਤੇ ਉਹ ਬਿਲਕੁਲ ਜਾਇਜ਼ ਸੀਗੀ। ਔਰ ਕੇਜਰੀਵਾਲ ਜਿਹੜੀ ਜੁੰਡਲੀ ਸੀਗੀ ਇਹ ਹਰ ਹਾਲਤ 'ਚ ਉਹਨਾਂ ਲੋਕਾਂ ਨੂੰ ਬਾਹਰ ਕੱਢਣਾ ਚਾਹੁੰਦੀ ਸੀਗੀ ਜਿਹੜੇ ਬੰਦੇ ਪਾਰਟੀ ਨੂੰ ਅਸੂਲਾਂ ਤੇ ਕਾਇਮ ਰੱਖਣਾ ਚਾਹੁੰਦੇ ਸੀਗੇ, ਤਾਂ ਜੋ ਹਿੰਦੁਸਤਾਨ 'ਚ ਇੱਕ ਸਾਫ਼ ਸੁਥਰੀ ਇਮਾਨਦਾਰ ਪਾਰਦਰਸ਼ੀ ਸਿਆਸਤ ਦਾ ਝੰਡਾ ਬੁਲੰਦ ਹੋ ਸਕੇ, ਬੁਲੰਦ ਰਹਿ ਸਕੇ। ਔਰ ਇਹ ਪਾਰਟੀ ਦਿੱਲੀ ਦੀ ਬਜਾਏ ਸਾਰੇ ਹਿੰਦੁਸਤਾਨ 'ਚ ਆਪਣਾ ਜਿਹੜਾ ਨਾਮਣਾ ਹੈਗਾ ਉਹ ਖੱਟ ਕੇ ਇੱਕ ਹਿੰਦੁਸਤਾਨ 'ਚ ਇੱਕ ਜਿਹੜਾ ਸਿਆਸਤ ਤੇ ਜਿਹੜਾ ਸਿਆਸੀ ਦ੍ਰਿਸ਼ ਤੇ ਜੋ ਨਵਾਂ ਸੂਰਜ ਉੱਗਿਆ ਸੀਗਾ ਉਹ ਸੂਰਜ ਚਮਕਦਾ ਰਹਿ ਸਕੇ ਤੇ ਹਿੰਦੁਸਤਾਨ ਨੂੰ ਆਪਣੇ ਕੜਾਵੇ 'ਚ ਲੈ ਸਕੇ। ਬਿਲਕੁਲ ਜੀ, ਉਹ ਜੋ ਤੁਸੀਂ ਕੋਸ਼ਿਸ਼ ਕੀਤੀ ਸੀ, ਅਗਰ ਉਸ ਸਟੈਪ ਤੇ ਇਹ ਸੁਧਰ ਜਾਂਦੇ ਤਾਂ ਅੱਜ ਆਹ ਹਾਲਾਤ ਨਾ ਹੁੰਦੇ ਕਿ ਪੰਜਾਬ ਦੇ ਵਿੱਚ ਇਹ ਮਾਫੀਆਂ ਮੰਗ ਕੇ ਤੇ ਇੱਕ ਦਿੱਲੀ ਦੀ ਮਿਊਨਿਸਪੈਲਿਟੀ ਲੈਵਲ ਦੀ ਪਾਰਟੀ ਬਣ ਕੇ ਰਹਿ ਗਈ ਜਿਹੜੀ ਕਿ ਕਿਸੇ ਵੇਲੇ ਦੇਖੋ 431 ਸੀਟਾਂ ਤੇ ਚੋਣ ਲੜਦੀ ਹੈ 2014 ਬਿਲਕੁਲ ਜੀ, ਬਿਲਕੁਲ ਬਿਲਕੁਲ ਮਿਊਨਿਸਪੈਲਿਟੀ ਲੈਵਲ ਦੀ ਪਾਰਟੀ। ਤੁਸੀਂ ਡਾਕਟਰ ਸਾਹਿਬ 2015 ਦੀ ਗੱਲ ਕੀਤੀ ਜਦੋਂ ਇਹਨੇ ਮਤਲਬ ਕਿ ਗਲਤ ਟਿਕਟਾਂ ਦੇ ਖਿਲਾਫ, ਹਾਲਾਂਕਿ ਉਹ ਗੱਲ ਪਬਲਿਕ ਬਾਅਦ ਚੋਂ ਹੋਈ ਹੈਗੀ ਆ, ਉਹ ਅੰਦਰ ਖਾਤੇ ਕੋਈ ਸਰਮੁਸਰ ਚੱਲੀ ਗਈ ਹੈ, ਪਰ ਜਦੋਂ ਕੇਜਰੀਵਾਲ ਜਿੱਤ ਗਿਆ ਇਹਨੇ ਕੰਪਰੋਮਾਈਜ਼ ਕੀਤੇ, ਜਿੰਨੇ ਇਹਦੇ 3C ਵਾਲੇ ਜਿਹੜੇ ਫਾਰਮੂਲੇ ਸੀਗੇ ਇਹਨੇ ਕੰਪਰੋਮਾਈਜ਼ ਕੀਤੇ, ਇਹ ਜਿੱਤ ਗਿਆ। ਤੇ ਜਿੱਤਣ ਤੋਂ ਬਾਅਦ ਇਹ ਪ੍ਰਸ਼ਾਂਤ ਭੂਸ਼ਣ ਉਹਨਾਂ ਨੂੰ, ਇਹਨਾਂ ਦੇ ਫਾਦਰ ਸਾਹਿਬ ਨੂੰ ਤੇ ਹੋਰ ਵੀ ਸੱਜਣ ਸੀਗੇ, ਚਲੋ ਤੁਹਾਨੂੰ ਤਾਂ ਬਾਹਰ ਨਹੀਂ ਕੱਢਿਆ, ਪਰ ਤੁਸੀਂ ਦੇਖਿਆ ਵੀ ਇਹਨਾਂ ਦੇ ਨਾਲ ਇਹ ਗਲਤ ਹੋ ਰਿਹਾ, ਅਸੂਲਾਂ ਤੋਂ ਭਟਕ ਰਹੀ ਹੈ ਪਾਰਟੀ, ਤੇ ਤੁਸੀਂ ਵੀ ਨਾਲ ਬਾਹਰ ਆ ਗਏ। ਪਰ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਊਂਗਾ ਜੀ, 2014 ਦੇ ਵਿੱਚ ਲੋਕ ਸਭਾ ਚੋਣਾਂ ਦੇ ਜਦੋਂ ਨਤੀਜੇ ਆਉਂਦੇ ਨੇ ਜੀ, ਹਾਂਜੀ ਹਾਂਜੀ, ਉਹਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਆਪਣੀ ਜਿਹੜੀ 28 ਸੀਟਾਂ ਵਾਲੀ ਸਰਕਾਰ 49 ਦਿਨ ਦੀ ਉਹ ਛੱਡ ਕੇ ਲੋਕ ਸਭਾ ਚੋਣ ਲੜਦੀ ਹੈ। ਇਵਨ ਕੇਜਰੀਵਾਲ ਵੀ ਵਾਰਾਣਸੀ ਤੋਂ ਚੋਣ ਲੜਦਾ। ਹਾਂਜੀ, ਐਸਪੀਰੇਸ਼ਨਸ ਵੱਡੀਆਂ ਸੀਗੀਆਂ ਕੇਜਰੀਵਾਲ ਸਾਹਿਬ ਦੀਆਂ, ਇਹ ਤਾਂ ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਵੀ ਅਸਤੀਫਾ ਦੇ ਕੇ ਪਹਿਲੀ ਵਾਰੀ ਤੁਹਾਡੀ ਸਰਕਾਰ ਬਣੀ ਹੈ, ਨਵੀਂ ਪਾਰਟੀ ਹੈ, ਤੇ ਤੁਸੀਂ ਲੋਕ ਸਭਾ ਚੋਣ ਲੜਨ ਚਲੇ ਜਾਂਦੇ ਹੋ ਖੁਦ ਮੈਂ ਨਹੀਂ ਕਹਿੰਦਾ ਵੀ ਪਾਰਟੀ ਚੋਣ ਲੜਦੀ ਉਸ ਵੇਲੇ ਵੱਡੇ ਸਕੇਲ ਦੇ ਉੱਤੇ 400 ਤੋਂ ਵੱਧ ਸੀਟਾਂ ਤੇ, ਪਰ ਇਹਦਾ ਇਹ ਮਤਲਬ ਨਹੀਂ ਵੀ ਕੇਜਰੀਵਾਲ ਸਾਹਿਬ ਆਪਣੀ ਬਣੀ ਬਣਾਈ ਸਰਕਾਰ ਛੱਡ ਕੇ ਅਸਤੀਫਾ ਦੇ ਕੇ ਤੇ ਉਸ ਲੈਵਲ ਤੇ ਜਾਂਦੇ। ਚਲੋ ਬਿਲਕੁਲ ਉਹ ਚਲੇ ਗਏ ਉੱਥੇ, ਬਿਲਕੁਲ ਕਹਿੰਦੇ ਨਾ ਵੀ ਸਾਰੇ ਚਾਰੇ ਖਾਨੇ ਪਾਰਟੀ ਚਿੱਤ ਹੋ ਗਈ ਪੰਜਾਬ ਨੂੰ ਛੱਡ ਕੇ ਜੀ। ਪਰ ਕੇਜਰੀਵਾਲ ਸਾਹਿਬ, ਕਿਉਂਕਿ ਮੈਨੂੰ ਪਤਾ ਵੀ ਯਾਦ ਹੈ ਮੈਨੂੰ ਵੀ 2014 ਦੇ ਵਿੱਚ 16 ਮਈ ਨੂੰ ਨਤੀਜੇ ਆਉਂਦੇ ਨੇ ਜੀ, ਤੇ ਕੇਜਰੀਵਾਲ ਸਾਹਿਬ ਜਦੋਂ ਦੇਖਿਆ ਵੀ ਅਸੀਂ ਦਿੱਲੀ ਵੀ ਛੱਡ ਬੈਠੇ ਤੇ ਲੋਕ ਸਭਾ ਦੇ ਵਿੱਚ ਚੋਣਾਂ 'ਚ ਵੀ ਸਾਨੂੰ ਕੱਖ ਨਹੀਂ ਮਿਲਿਆ, ਤੇ ਇਹਨਾਂ ਨੇ ਦੁਬਾਰਾ ਤਿਆਰੀ ਵਿੱਢ ਲਈ ਵੀ ਫਿਰ ਦੁਬਾਰਾ ਕਾਂਗਰਸ ਦੇ ਨਾਲ ਗੱਲਬਾਤ ਕਰਦੇ ਆ, ਜਿਹੜੀ ਉਹ ਸਰਕਾਰ ਬਣੀ ਸੀ ਨਾ 8 MLA ਕਾਂਗਰਸ ਦੇ ਤੇ 28 ਇਹਨਾਂ ਦੇ ਜੀ। ਹਾਂਜੀ ਹਾਂਜੀ, ਇਹਨਾਂ ਨੇ ਬੜੀਆਂ ਧੁਰਲੀਆਂ ਮਾਰੀਆਂ ਇਹਦਾ ਪ੍ਰਸ਼ਾਂਤ ਤੇ ਜੋਗਿੰਦਰ ਹੋਰ ਨੇ, ਤੇ ਮੈਂ ਰਲ ਕੇ ਅਸੀਂ ਕੁਝ ਹੋਰ ਬੰਦੇ ਰਲ ਕੇ ਰੋਕਿਆ ਵੀ ਇਹ ਪਿੱਛੇ ਨੂੰ ਨਾ ਜਾਓ, ਤੁਸੀਂ ਕਾਂਗਰਸ ਵੱਲ ਕੋਈ ਹੱਥ ਨਾ ਵਧਾਓ। ਪਾਰਟੀ ਦਾ ਜਿਹੜਾ ਮਤਲਬ ਜਿਹਨਾਂ ਸ਼ਰਤਾਂ ਤੇ ਜਿਹਨਾਂ ਲੋਕਾਂ ਜਿਸ ਗੱਲਾਂ ਕਰਕੇ ਪਾਰਟੀ ਲੋਕਾਂ 'ਚ ਮਕਬੂਲ ਹੋਈ ਹੈ, ਪਾਪੂਲਰ ਹੋਈ ਹੈ, ਤੁਸੀਂ ਉਹ ਪੁਆਇੰਟ ਹੀ ਗਵਾ ਦੇਣਾ, ਉਹ ਮੁੱਦਾ ਹੀ ਗਵਾ ਦੇਣਾ ਹੈਗਾ ਜੇ ਤੁਸੀਂ ਮੁੜ ਕੇ ਕਾਂਗਰਸ ਦੀਆਂ ਲਿਲੜੀਆਂ ਕੱਢ ਕੇ ਕਾਂਗਰਸ ਦੀ ਮਦਦ ਨਾਲ ਮੁੜ ਕੇ ਸਰਕਾਰ ਬਣਾ ਦਿਓ। ਇਹਨਾਂ ਦੀ ਪੂਰੀ ਕੋਸ਼ਿਸ਼ ਕੇਜਰੀਵਾਲ ਸਾਹਿਬ ਦੀ, ਇਹਨਾਂ ਦੇ ਜਿਹੜੇ 4 ਬੰਦੇ ਹੋਰ ਸੀਗੇ ਕਿ ਮੁੜ ਕੇ ਔਰ ਪਹੁੰਚ ਵੀ ਕਰ ਲਈ ਸੀ ਕਾਂਗਰਸ ਨੂੰ, ਕਾਂਗਰਸ ਸੋਚਣਾ ਸ਼ੁਰੂ ਕਰਤਾ ਸੀ। ਮੈਂ ਉਹੀ ਗੱਲ ਉੱਥੇ ਲਿਆਉਣਾ ਚਾਹੁੰਦਾ ਸੀਗਾ ਵੀ ਕੰਮ ਉੱਥੇ ਤੁਸੀਂ ਰੋਕਣ ਵਾਲਿਆਂ ਚੋਂ ਸੀ ਕਿ ਉਹਦੇ ਚ ਪ੍ਰਸ਼ਾਂਤ ਕਿਸ਼ੋਰ, ਯੋਗਿੰਦਰ ਯਾਦਵ, ਤੁਸੀਂ ਹੋਰ ਵੀ ਸੱਜਣ ਹੋਣਗੇ। ਮੈਨੂੰ ਪ੍ਰਸ਼ਾਂਤ ਕਿਸ਼ੋਰ ਉਹਨਾਂ ਬਾਰੇ ਐਂ ਯਾਦ ਆ ਵੀ 18 ਜਾਂ 19 ਮਈ ਦੀ ਗੱਲ ਹੈ ਨਤੀਜੇ ਆਉਣ ਤੋਂ ਬਾਅਦ, ਤੇ ਉਹਨਾਂ ਦਿਨਾਂ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਹੋਣੀ, ਮੈਂ ਕਿਸ਼ੋਰ ਕਹਿ ਗਿਆ ਸੌਰੀ, ਪ੍ਰਸ਼ਾਂਤ ਭੂਸ਼ਣ, ਉਹ ਸੀਗੇ ਸ਼ਿਮਲੇ ਉਹਨਾਂ ਦਿਨਾਂ ਦੇ ਵਿੱਚ। ਹਾਂਜੀ, ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਸਰਕਾਰ ਬਣਾ ਰਹੇ ਨੇ ਦੁਬਾਰਾ ਫੇਰ ਜਾਨੀ ਕਾਂਗਰਸ ਦੇ ਨਾਲ ਮਿਲ ਕੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਲਈਏ ਵੀ ਥੁੱਕ ਕੇ ਚੱਟਣ ਨੂੰ ਤਿਆਰ ਹੋਏ ਫਿਰਦੇ ਸੀਗੇ ਜੀ ਇਹ। ਬਿਲਕੁਲ ਜੀ, ਬਿਲਕੁਲ, ਮੈਂ ਇਸ ਗੱਲ ਦਾ ਗਵਾਹ ਹੈਗਾ ਜੀ। ਤੁਸੀਂ ਇਸ ਗੱਲ ਦੇ ਗਵਾਹ ਹੈਗੇ ਹੋ, ਮੈਂ ਤੁਹਾਡੇ ਕੋਲੋਂ ਵੀ ਇਹ ਗੱਲ ਸੁਣੀ ਹੈ ਤੇ ਮੈਂ ਮਯੰਕ ਗਾਂਧੀ ਉਹਨਾਂ ਦੀ ਬੁੱਕ ਦੇ ਵਿੱਚ ਵੀ ਇਹ ਪੜ੍ਹਿਆ ਜੀ ਇਹੀ ਗੱਲ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ। ਅਗਰ ਇਹ ਸਰਕਾਰ ਉੱਥੇ ਬਣਾ ਲੈਂਦਾ, ਤੁਸੀਂ ਨਾ ਰੋਕਦੇ, ਤੇ ਇਹ ਕੇਜਰੀਵਾਲ ਮਿੱਟੀ ਹੋ ਗਿਆ ਸੀਗਾ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਚਲੋ ਉਹ ਤਾਂ ਹੋ ਸੀਗਾ ਐਤਕੀ ਤਾਂ ਇਹ ਫੇਰ ਮੁੜ ਕੇ ਕਾਂਗਰਸ ਨਾਲ ਅੱਖ ਪਟੱਕਾ ਚੱਲਦਾ ਰਿਹਾ 4 ਮਹੀਨੇ, ਕਦੀ ਜਾਣਾ, ਕਦੀ ਮਿੰਨਤਾਂ ਕਰਨੀਆਂ, ਕਦੀ ਕੱਲ ਨੂੰ ਕਹਿਣਾ ਨਹੀਂ ਬਣਾਣੀ, ਅੱਜ ਕਹਿਣਾ ਬਣਾ ਲਾਂਗੇ, ਮਤਲਬ ਕਾਂਗਰਸ ਨਾਲ ਫੇਰ ਮੁੜ ਕੇ ਜੁੜਨ ਨੂੰ ਫਿਰਦੇ ਸੀ। ਉਹਦਾ ਕਾਂਗਰਸ ਸਟੈਂਡ ਲੈ ਰਿਹਾ ਕਿ ਤੁਹਾਡਾ ਨਹੀਂ ਜਾਣਾ ਹੈਗਾ, ਚਾਹੇ ਹਾਰੀ ਚਾਹੇ ਜਿੱਤੀ ਹੈ। ਅਦਰਵਾਈਜ਼ ਇਹਨਾਂ ਵੱਲੋਂ ਐਤਕੀ ਵੀ ਕਸਰ ਕੋਈ ਨਹੀਂ ਸੀ, ਕਿਉਂਕਿ ਇਹਨਾਂ ਨੂੰ ਪੂਰਾ ਯਕੀਨ ਨਹੀਂ ਸੀਗਾ ਦਿੱਲੀ ਦੁਆਰਾ ਸੱਤਾ ਹਾਸਲ ਕਰਨ ਦਾ। ਔਰ ਐਲਜੀ ਨੂੰ ਇਹਨੇ, ਕੇਜਰੀਵਾਲ ਨੇ ਐਲਜੀ ਨੂੰ ਚਿੱਠੀ ਲਿਖੀ ਸੀਗੀ ਵੀ ਤੂੰ ਹਲੇ ਇਹਨੂੰ, ਕਿਉਂਕਿ ਉਹਨਾਂ ਨੇ ਸਸਪੈਂਡ ਕੀਤੀ ਸੀ ਜੀ ਵਿਧਾਨ ਸਭਾ ਦਿੱਲੀ ਦੀ। ਬਿਲਕੁਲ, ਉਹਨਾਂ ਦੀ ਗੱਲ ਹੈ ਜੀ ਕਿ ਜਦੋਂ ਕਾਂਗਰਸ ਨਾਲ ਗੱਲਬਾਤ ਚੱਲਦੀ ਪਈ ਸੀ, ਇਹਨਾਂ ਚਿੱਠੀ ਲਿਖੀ ਸੀ
ਕਿਸੇ ਇਹਨੂੰ ਭੰਗ ਨਾ ਕਰੋ ਤੁਸੀਂ, ਅਜੇ ਕੁਝ ਸਿਆਸੀ ਸਮੀਕਰਨ ਬਣਦੇ ਪਏ ਹੈਗੇ ਆ ਤੇ ਇਹਨਾਂ ਨੂੰ ਐਕਸਪਲੋਰ ਹੋ ਲੈਣ ਦਿਓ, ਉਸ ਤੋਂ ਬਾਅਦ ਵਿਧਾਨ ਸਭਾ ਭੰਗ ਕਰਿਓ। ਇਹਨੂੰ ਪਤਾ ਸੀ ਕਿ ਦਰਵਾਜ਼ੇ ਵਿਧਾਨ ਸਭਾ ਭੰਗ ਹੋ ਗਈ, ਸ਼ਾਇਦ ਮੈਂ ਦੁਬਾਰਾ ਨਾ ਆਵਾਂ, ਹੁਣ 28 ਸੀਟਾਂ ਦਾ ਹੈਗੀਆਂ, ਹੁਣ ਇਹ ਜੋੜ ਤੋੜ ਕਰਕੇ 5 7 ਚ ਬਣਿਆ ਵਾ, ਜਿਵੇਂ ਮਰਜ਼ੀ ਹੋਵੇ। ਇਹ ਪੂਰੀ ਕੋਸ਼ਿਸ਼ ਸੀ ਇਹਨਾਂ ਦੀ ਕਿ ਐਲਜੀ ਜਿਹੜੀ ਵਿਧਾਨ ਸਭਾ ਭੰਗ ਨਾ ਕਰੇ ਔਰ ਕਾਂਗਰਸ ਵਾਲਾ ਲੈ ਦੇ ਹੋ ਕੇ ਮੁੜ ਕੇ ਸਰਕਾਰ ਬਣ ਜਾਵੇ। ਔਰ ਤੁਸੀਂ ਰੋਕਣ ਵਾਲਿਆਂ ਚੋਂ, ਔਰ ਉਸੇ ਡਿਸੀਜਨ ਕਰਕੇ ਵੀ ਇਹਨਾਂ ਨੇ ਸਰਕਾਰ ਨਹੀਂ ਬਣਾਈ ਤੇ ਅਗਲੇ ਸਾਲ ਇਹਨਾਂ ਦੀ ਥੰਪਿੰਗ ਮੈਜੋਰਟੀ ਆਉਂਦੀ ਹੈ, ਬਜਾਏ ਕਿ ਇਸ ਬੰਦੇ ਨੂੰ ਤੁਹਾਡੇ ਅਹਿਸਾਨਮੰਦ ਹੋਣ ਦੇ ਵੀ ਤੁਸੀਂ ਮੈਨੂੰ ਉਹ ਗਲਤ ਫੈਸਲਾ ਲੈਣ ਤੋਂ ਰੋਕਿਆ। ਬਿਲਕੁਲ ਨਹੀਂ, ਅੱਜ ਤਾਂ ਜਿਹੜਾ ਵਿੱਚੋਂ ਰੌਲਾ ਪਿਆ ਨਾ, ਜੋ ਇਹਨਾਂ ਟਿਕਟਾਂ ਬਣਨੀਆਂ ਹੈਗੀਆਂ ਤੇ ਪ੍ਰਸ਼ਾਂਤ ਜੋਗਿੰਦਰ ਯਾਦਵ ਤੇ ਕਰਨਾਟਕਾ ਚੋਂ ਪ੍ਰਿਥਵੀ, ਸਾਊਥ ਚੋਂ ਐਡਮਿਰਲ ਰਾਮਦਾਸ ਤੇ ਅਸੀਂ 18 ਬੰਦੇ ਇਕੱਠੇ ਹੋਏ 3 ਦਿਨ ਵਾਸਤੇ ਦਿੱਲੀ ਵਿੱਚ ਚੋਣਾਂ ਤੋਂ 20 ਦਿਨ ਪਹਿਲਾਂ ਕਿ ਆਹ ਟਿਕਟਾਂ ਨਹੀਂ ਗੱਲ ਦੇਤੀਆਂ, ਇਹ ਪਾਰਟੀ ਸੂਲਾਂ ਨੂੰ ਇਹਨੇ ਤੋੜ ਦਿੱਤਾ ਹੈਗਾ ਤੇ ਪਾਰਟੀ ਮਤਲਬ ਸਤਿਆਨਾਸ਼ ਹੋ ਜਾਊਗਾ। ਪਾਰਟੀ ਆਪਣਾ ਜਿਹੜਾ ਯੂਨੀਕ ਸੈਲਿੰਗ ਪੁਆਇੰਟ ਹੈ ਜੋ ਦੀਆਂ ਜਿਸ ਕਰਕੇ ਲੋਕਾਂ 'ਚ ਮਕਬੂਲ ਹੈਗੀ ਹੈ, ਉਹ ਸਾਰੇ ਨੁਕਤੇ ਗਵਾ ਲੂਗੀ ਤੇ ਸੀਟਾਂ ਚਾਹੇ 4 ਵੱਧ ਆਣ ਘੱਟ ਆਣ ਮੈਟਰ ਨਹੀਂ ਕਰਦਾ। ਪਾਰਟੀ ਨੂੰ ਆਪਣਾ USP ਕਾਇਮ ਰੱਖਣਾ ਚਾਹੀਦਾ ਹੈਗਾ। तो साड़ी मीटिंग हुई, उस फैसला होया कि एडमिरल रामदास की अगवाई च जेडे इंटरनल लोकपाल से ਜਿਹੜੇ ਸ਼ੱਕੀ ਬੰਦੇ ਹੈਗੇ ਇਹਨੇ ਤਹਿਕੀਕਤ ਕਰਨਗੇ। ਸਾਡੇ ਕਹੇ ਤੋਂ ਸਿਰਫ 3 ਬੰਦਿਆਂ ਦੀਆਂ ਸੀਟਾਂ ਸੀ, ਉਹ ਕੱਟੀਆਂ ਗਈਆਂ, ਉਹ ਦੁਆਰਾ ਸੀਟਾਂ ਦਿੱਤੀਆਂ। ਐਡਮਿਰਲ ਰਾਮਦਾਸ ਨੇ ਕਿਹਾ ਕਿ ਬੰਦੇ ਦਾ ਹੋਰ ਵੀ ਨਿਕਲਣ ਵਾਲੇ ਹੈਗੇ ਆ, ਪਰ ਸਮਾਂ ਇੰਨਾ ਘੱਟ ਰਹਿ ਗਿਆ, ਹੁਣ ਇਹਨੂੰ ਇੱਥੇ ਬੰਦ ਕਰ ਦਈਏ ਤੇ ਵੋਟਾਂ ਪੈਣ ਤੋਂ ਬਾਅਦ ਪਾਰਟੀ ਜਿਹੜਾ ਸੁਧਾਰਾਂ ਦੀ ਲਹਿਰ ਹੈਗੀ ਉਹ ਚਲਾਣੀ ਚਾਹੀਦੀ ਹੈਗੀ ਹੈ। ਤੇ ਉਹ ਸੁਧਾਰ ਲਹਿਰ ਚਲਾਉਣ ਵਾਸਤੇ ਪਾਰਟੀ ਨੂੰ ਠੀਕ ਕਰਨ ਵਾਸਤੇ ਪ੍ਰਸ਼ਾਂਤ ਤੋਂ ਹੀ ਕੋਸ਼ਿਸ਼ ਕਰ ਰਹੇ ਸੀਗੇ। ਉਹ ਜਿਹੜਾ ਸੀ ਨਾ ਵੀ ਉਹਦਾ ਕੋਸ਼ਿਸ਼ ਕਰਦੇ ਪਏ ਸੀ, ਸਭ ਕੋਸ਼ਿਸ਼ ਕਰਦੇ ਪਏ ਸੀਗੇ। ਇੱਕ ਸਾਡੀ 8ਵੀਂ ਦੀ ਕਿਤਾਬ ਕਵਿਤਾ ਹੁੰਦੀ ਸੀ ਕਿ ਮੇਰੇ ਫੂਕ ਮਾਰਨ ਤੋਂ ਪਹਿਲਾਂ ਫੂਕ ਗਧੇ ਨੇ ਮਾਰੀ ਤੇ ਸਾਰੀ ਦਵਾਈ ਮੇਰੇ ਅੰਦਰ ਚਲ ਗਈ, ਜਿਹੜੀ ਨਾਲੀ ਨਾਲ ਗਧੇ ਨੂੰ ਡੰਗਰਾਂ ਨੂੰ ਦਵਾਈ ਪਿਲਾਉਂਦੇ ਸੀਗੇ। ਸੋ ਇਸ ਤੋਂ ਪਹਿਲਾਂ ਕਿ ਪ੍ਰਸ਼ਾਂਤ ਤੇ ਜੋਗਿੰਦਰ ਜਾਂ ਅਸੀਂ ਸਾਰੇ ਲੋਕ ਪਾਰਟੀ ਨੂੰ ਸਹੀ ਰਸਤੇ ਲੈ ਕੇ ਆਂਦੇ, ਇਹਨੇ ਪਹਿਲਾਂ ਹੀ ਹਮਲਾ ਵਿੜਤਾ। ਆਪਣੇ ਸਾਰੇ 67 MLA ਨੂੰ ਕਿਹਾ ਵੀ ਇੱਕ ਬੱਸ ਲੈ ਕੇ ਉੱਥੇ ਪਹੁੰਚੋ, ਕਪਾਸ ਜਿਹੜਾ ਫਾਰਮ ਵਿੱਚ, ਉੱਥੇ ਜੋ ਇਹਨੇ ਗੁੰਡਾਗਰਦੀ ਕੀਤੀ ਹੈ, ਜੋ ਮਤਲਬ ਉੱਥੇ ਮਸਲਮੈਨ ਜਾਂ ਜਿਹਨੂੰ ਕਹਿੰਦੇ ਕਿ ਮਤਲਬ ਬੁਲਾਏ ਹੋਏ ਸੀਗੇ, ਜਿਹੜੇ ਕੱਪੜੇ ਪਾ ਕੇ ਸਪੈਸ਼ਲ ਬਹਿੰਦੇ ਹੈਗੇ, ਉਹਨਾਂ ਦਾ ਖਾਸ ਨਾਂ ਵੀ ਉਹਨਾਂ ਦਾ ਹੈਗਾ ਆ। ਤੇ ਉਹ ਜੋ ਕੁੱਟਮਾਰ ਤੱਕ ਇਹਨਾਂ ਕੀਤਾ, ਇੱਕ ਬੰਦੇ ਗਿੱਟਾ ਤੋੜ ਦਿੱਤਾ ਮੁਸਲਮਾਨ ਭਰਾ ਦਾ, ਉਹ ਜਿਹੜਾ ਹਰਿਆਣੇ ਚੋਂ ਸੀਗਾ, ਤੇ ਅਸੀਂ ਉਹਨੂੰ ਮੋਢਿਆਂ ਚੁੱਕ ਕੇ ਅੰਦਰੋਂ ਬਾਹਰ ਕੱਢਿਆ ਹਾਲ ਚੋਂ, ਤੇ ਸਭ ਦੇ ਪੈਨ ਬਾਹਰ ਰਖਾ ਲਏ, ਸਭ ਤੇ ਕੈਮਰੇ ਬਾਹਰ ਰਖਾ ਲਏ। ਅੱਜ ਤਾਂ MP ਹੈਗੇ, ਸਾਡੇ ਕੋਲ ਸਾਨੂੰ ਕਾਹਦਾ ਖਤਰਾ ਨਹੀਂ ਜੀ, ਬਾਹਰ ਰੱਖੋ ਸਾਰੇ। ਤਾਂ ਜਿਸ ਤਰ੍ਹਾਂ ਉਹ ਇੱਕ ਬਹੁਤ ਹੀ ਸਿਕਿਉਰਡ ਮੀਟਿੰਗ ਕੀਤੀ ਹੈਗੀ ਹੈ ਕਿ ਕੋਈ ਬੰਦਾ ਅੰਦਰੋਂ ਰਿਕਾਰਡ ਨਾ ਕਰ ਸਕੇ, ਕੋਈ ਕਾਰਵਾਈ ਨਾ ਨੋਟ ਕਰ ਸਕੇ, ਪੈਨ ਵੀ ਰਖਾ ਲਏ ਤੇ ਕੈਮਰੇ ਵੀ ਰਖਾ ਲਏ, ਘੜੀਆਂ ਵੀ ਲਾ ਲਈਆਂ। ਸੋ ਇਹੋ ਜਿਹੀ ਪਾਰਟੀ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਮੈਂ ਇਸ ਪਾਰਟੀ ਜਾ ਰਿਹਾ ਜਿਹਦੇ ਚ ਇੰਨਾ ਡਿਕਟੇਟਰੀ ਹੋਊਗੀ, ਇੰਨਾ ਗੈਰ ਜਮਹੂਰੀ ਹੋਊਗੀ। ਬਿਲਕੁਲ ਜੀ ਡਾਕਟਰ ਸਾਹਿਬ, ਜਿਵੇਂ ਤੁਹਾਨੂੰ ਪਰ ਉਹ ਪਤਾ ਨਹੀਂ ਨਾ ਹੁੰਦਾ ਜੀ ਪਹਿਲਾਂ। ਹੁਣ ਮੈਂ ਵੀ ਇਹੀ ਸੋਚ ਕੇ ਆਪਣਾ ਦੇਖੋ ਕੰਮ ਤੋਂ ਛੁੱਟੀ ਲੈ ਕੇ 3 ਮਹੀਨਿਆਂ ਦੀ ਤੇ ਚੌ ਚੜਿਆ ਹੋਇਆ ਸੀਗਾ ਵੀ ਜਾ ਕੇ ਕਿਸੇ ਵਧੀਆ ਕੰਮ ਚੱਲੇ ਆ ਜੀ ਇੰਡੀਆ। ਮੈਂ ਕਦੇ 3 ਮਹੀਨੇ ਦੀ ਛੁੱਟੀ ਲੈ ਕੇ ਨਹੀਂ ਇੰਡੀਆ ਆਇਆ ਜੀ। 2004 ਦਾ ਮੈਂ ਕੈਨੇਡਾ ਆਇਆ ਹੋਇਆ, ਵੱਧ ਤੋਂ ਵੱਧ ਮਹੀਨਾ ਜੀ। 1 ਮਹੀਨੇ ਦੀ ਮੇਰੀ ਸੈਲਰੀ ਜਿਹੜੀ ਪੇਡ ਸੀਗੀ ਛੁੱਟੀ ਦੀ, ਜਿਹੜੀ ਸਾਲ ਦੀ ਹੁੰਦੀ ਹੈ, 2 ਮਹੀਨੇ ਵਿਦਆਊਟ ਸੈਲਰੀ ਮੈਂ ਕੰਮ ਕੀਤਾ ਪਾਰਟੀ ਦਾ ਜੀ। ਔਰ ਜਦੋਂ ਆ ਲੱਛਣ ਦੇਖੇ ਅਗਲੇ ਸਾਲ 2000, ਮੈਂ ਉਸੇ ਦਿਨ ਪਾਰਟੀ ਛੱਡੀ ਹੈ ਜੀ। ਇਹ ਆਪਣੇ ਨਾ ਮੈਨੂੰ ਕਿਸੇ ਨੇ ਜੁਆਇਨ ਕਰਾਇਆ ਸੀਗਾ ਜੀ ਪਾਰਟੀ ਨੂੰ, ਮੈਂ ਆਪ ਮੁਹਾਰੇ ਸੈਲਫ ਮੋਟੀਵੇਟਡਲੀ ਪਾਰਟੀ ਜੁਆਇਨ ਕੀਤੀ। 28 ਮਾਰਚ 2015 ਵਾਲਾ ਦਿਨ, ਉਹ ਜਿਹੜਾ ਫਾਰਮ ਸੀਗਾ ਉਹਦਾ ਜਿਹੜਾ ਤੁਸੀਂ ਨਾਂ ਲਿਆ, ਨਰੇਸ਼ ਯਾਦਵ ਦਾ ਸ਼ਾਇਦ ਫਾਰਮ ਸੀਗਾ, ਜਿਹੜਾ MLA ਹੈ ਜੀ। ਹਾਂਜੀ ਹਾਂਜੀ, ਉਸੇ ਦਿਨ ਮੈਂ ਪਾਰਟੀ ਸ਼ਾਮ ਨੂੰ ਮੈਂ ਆਪਣਾ ਪ੍ਰੋਗਰਾਮ ਕਰਕੇ ਲਾਈਵ, ਤੇ ਮੈਂ ਕਿਹਾ ਵੀ ਇਹਦੇ ਵਾਸਤੇ ਆਪਣੇ ਕੰਮ ਕੀਤਾ, ਮੈਨੂੰ ਸ਼ਰਮ ਆਉਂਦੀ ਹੈ ਵੀ ਇਹੋ ਜਿਹੀ ਪਾਰਟੀ ਵਾਸਤੇ ਮੈਂ ਆਪਣਾ ਕੰਮ ਕਰ ਛੱਡ ਕੇ ਤੇ ਟਾਈਮ ਬਰਬਾਦ ਕੀਤਾ, ਸਮਾਂ ਬਰਬਾਦ ਕੀਤਾ, ਪੈਸੇ ਬਰਬਾਦ ਕੀਤੇ। ਬਿਲਕੁਲ ਜੀ। ਤੇ ਹੁਣ ਡਾਕਟਰ ਸਾਹਿਬ ਇਹ ਜਿਹੜਾ ਇਸ਼ੂ ਬਣਿਆ, ਕੁਝ ਸੱਜਣ ਕਹਿ ਰਹੇ ਨੇ ਆਪਣੇ ਨਾਲ ਜੁੜੇ ਹੋਏ ਨੇ ਵੀ ਇਹ ਜਿਹੜਾ ਪ੍ਰਸ਼ਾਂਤ ਭੂਸ਼ਣ ਉਹਨੀ ਨੇ, ਇਹ ਗੱਦਾਰ ਨੇ ਜੀ ਮੁਲਕ ਦੇ। ਤੇ ਇਹ ਸਾਰਾ ਜਿਹੜਾ BJP ਦਾ IT ਸੈੱਲ ਹੈ, ਉਹਦਾ ਪ੍ਰੋਪੇਗੰਡਾ ਹੈਗਾ ਆ। ਇਹ ਗਦਾਰ ਤਾਂ ਆਪ ਨੇ ਜਿਨ੍ਹਾਂ ਸਾਰਾ ਮੁਲਕ ਵੇਚ ਦਿੱਤਾ ਬਾਹਰਲੇ ਸਰਮਾਏਦਾਰਾਂ ਨੂੰ, ਹਿੰਦੁਸਤਾਨੀ ਟਾਟਿਆਂ ਨੂੰ, ਬਿਰਲਿਆਂ ਨੂੰ, ਮਾਨੀਆਂ ਨੂੰ, ਅਡਾਨੀਆਂ ਨੂੰ। ਰੇਲਵੇ ਵੇਚੀ ਜਾਂਦੇ ਹੈਗੇ ਆ, 에ਅਰਲਾਈਨਸ ਵੇਚੀ ਜਾਂਦੇ ਹੈਗੇ ਆ, ਔਰ ਕਿੰਨੇ ਲੋਕਾਂ ਨੂੰ ਭਗੌੜੇ ਕਰਾਤਾ, ਹਜ਼ਾਰਾਂ ਕਰੋੜ ਰੁਪਇਆ ਲੈ ਕੇ, ਚਾਹੇ ਨੀਰਵ ਮੋਦੀ ਹੋਵੇ, ਚਾਹੇ ਮੇਹੁਲ ਭਾਈ ਹੋਵੇ, ਜਿਹਨੂੰ ਮੋਦੀ ਸਾਹਿਬ ਕਹਿੰਦੇ ਮੇਹੁਲ ਭਾਈ, ਤੇ ਇਦਾਂ ਦੇ ਹੋਰ ਕਿੰਨੇ PMC ਬੈਂਕ ਸਕੈਮ ਹੋਇਆ, ਕਿੰਨੇ ਬੈਂਕਾਂ ਦੇ ਸਕੈਮ ਹੋਏ ਹੈ। ਤੇ ਜਿਵੇਂ ਜੋ ਲੁੱਟ ਦਾ ਤੰਤਰ ਕਾਇਮ ਕੀਤਾ ਹੈਗਾ, ਜੋ ਮਤਲਬ ਇਹਨਾਂ ਨੇ ਵੱਡੇ ਵੱਡੇ ਘੁਟਾਲੇ, ਚਾਹੇ ਰਫਾਲ ਦਾ ਹੋਵੇ ਚਾਹੇ ਹੋਰ ਹੋਵੇ, ਉਹ ਸਾਰੇ ਮਤਲਬ ਇਹ ਦੇਸ਼ ਧਰੋਹੀ ਤਾਂ ਆਪ ਹੈਗੇ ਆ, ਜਿਹੜੇ ਦੇਸ਼ ਦੀ ਜੋ
ਇੱਕ ਸੁਹਿਰਦ ਬਣਿਆ ਸਾਡਾ ਮੁਲਕ, ਸਾਡੇ ਮੁਲਕ ਦੀ ਖੂਬੀ ਸੀਗੀ, ਦੁਨੀਆ ਦੀ ਕਦਰ ਸੀਗੀ ਕਿ ਜਿੱਥੇ ਕੋਈ ਬਾਹਰਲੇ ਮੁਲਕਾਂ ਚਾਹੇ ਜਾਪਾਨ ਹੈ ਤੇ ਜਾਪਾਨੀ ਬਣ ਗਿਆ, ਜਾਪਾਨ ਬਣ ਗਿਆ, ਜੇ ਫ੍ਰੈਂਚ ਹੈ ਤਾਂ ਫਰਾਂਸ ਬਣ ਗਿਆ, ਜੇ ਜਰਮਨ ਹੈ ਤਾਂ ਜਰਮਨੀ ਬਣ ਗਿਆ, ਆਸਟਰੀਆ ਤਾਂ ਆਸਟਰੀਆ ਬਣ ਗਿਆ, ਜੇ ਅੰਗਰੇਜ਼ੀ ਹੈ ਤਾਂ ਇੰਗਲੈਂਡ ਬਣ ਗਿਆ। ਪਰ ਹਿੰਦੁਸਤਾਨ ਦੀ ਖਾਸੀਅਤ ਸੀਗੀ ਕਿ ਇੱਥੇ ਕੋਈ ਤਮਿਲ ਬੋਲਦਾ, ਕੋਈ ਮਲਿਆਲਮ ਬੋਲਦਾ, ਕੋਈ ਕੰਨੜ ਬੋਲਦਾ, ਕੋਈ ਪੰਜਾਬੀ ਬੋਲਦਾ, ਕੋਈ ਬੰਗਲਾ ਬੋਲਦਾ, ਕੋਈ ਮਤਲਬ ਉੜੀਆ ਬੋਲਦਾ, ਪਰ ਉਸਦੇ ਬਾਵਜੂਦ ਇਹ ਮੁਲਕ ਇੱਕ ਸੀਗਾ। ਕੋਈ ਹਿੰਦੂ ਹੈ, ਕੋਈ ਸਿੱਖ ਹੈ, ਕੋਈ ਮੁਸਲਮਾਨ ਹੈ, ਕੋਈ ਕ੍ਰਿਸਚੀਅਨ ਹੈ, ਮਤਲਬ ਅਲੱਗ-ਅਲੱਗ ਧਰਮ, ਅਲੱਗ-ਅਲੱਗ ਮਤਲਬ ਜਵਾਨਾ ਹੋਣ ਦੇ ਬਾਵਜੂਦ ਇਹ ਇੱਕ ਮੁਲਕ ਸੀਗਾ। ਦੁਨੀਆ ਬੜੀ ਇਸ ਗੱਲ ਦੀ ਕਦਰ ਸੀਗੀ ਕਿ ਐਡਾ ਵੱਡਾ ਮੁਲਕ, ਇੰਨੀ ਸਹਿਨਸ਼ੀਲਤਾ ਵਾਲਾ ਮੁਲਕ ਇਹ ਕਿਵੇਂ ਚੱਲ ਰਿਹਾ ਹੈਗਾ। ਦੁਨੀਆ ਹੈਰਾਨ ਸੀਗੀ ਔਰ ਇੰਡੀਆ ਦੀ ਬੜੀ ਇੱਜ਼ਤ ਸੀਗੀ। ਇਸ ਨੇ ਜਿਹੜੇ ਜੋ 5-6 ਸਾਲਾਂ 'ਚ ਜੋ ਮੋਦੀ ਨੇ ਕਾਰਨਾਮੇ ਕੀਤੇ ਹੈਗੇ ਹੈ, ਜਿਸ ਤਰ੍ਹਾਂ ਲੋਕਾਂ ਦੇ ਜਿਹੜੇ ਜਮਹੂਰੀ ਹੱਕ ਆ ਉਹ ਖੋਏ ਹੈਗੇ ਹੈ, ਜਿਸ ਤਰ੍ਹਾਂ ਜਿਹੜੇ ਸਕੁਐਡ ਬਣਾ ਕੇ ਗਊ ਰੱਖਿਆ ਸਕੁਐਡ ਬਣਾ ਕੇ ਮੁਸਲਮਾਨ ਭਰਾਵਾਂ ਦਾ ਕਤਲੇਆਮ ਕੀਤਾ ਹੈਗਾ ਹੈ, ਔਰ ਜਿਸ ਤਰ੍ਹਾਂ CAA NPR ਤੇ NRC ਲਿਆ ਕੇ ਧਰਮ ਦੇ ਨਾਂ ਤੇ ਉਹਨਾਂ ਦੀ ਜਿਹੜੀ ਨਾਗਰਿਕਤਾ ਸੀਗੀ ਉਹਨੂੰ ਸ਼ੱਕੀ ਦਾਇਰੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਜਿਸ ਤਰ੍ਹਾਂ ਕਸ਼ਮੀਰ ਦਾ ਜੋ ਦਰਜਾ ਤੋੜ ਕੇ ਉਹਨੂੰ 2 ਸੂਬੇ ਆਪ ਮਤਲਬ ਵੰਡ ਦਿੱਤਾ ਹੈਗਾ ਹੈ, ਔਰ ਜਿਸ ਤਰ੍ਹਾਂ ਮਤਲਬ ਸੁਪਰੀਮ ਕੋਰਟ ਕਹਿੰਦੀ ਹੈ ਕਿ ਸਿਗਾ ਤਾਂ ਇੱਥੇ ਮਸਜਿਦ ਹੀ ਪਰ ਬਣੂਗਾ ਰਾਮ ਮੰਦਿਰ, ਜਿਸ ਤਰ੍ਹਾਂ ਦੇ ਸਮਝੌਤੇ ਕੀਤੇ ਹੈ, ਜੋ ਮਤਲਬ ਬਹੁਤ ਕੁਛ ਅਜਿਹਾ ਹੈਗਾ ਹੈ ਜਿਹਨੇ ਮਤਲਬ ਇਹ ਸਰਕਾਰ ਨੇ ਲਗਾਤਾਰ ਪਹਿਲਾਂ ਜੋ ਜਿਹੜੇ ਫ੍ਰਿੰਜ ਐਲੀਮੈਂਟ ਸੀਗੇ, ਚਾਹੇ ਉਹ ਸਨਾਤਨ ਸੰਸਥਾ ਸੀ, ਚਾਹੇ ਉਹ ਵਿਸ਼ਵ ਹਿੰਦੂ ਪਰਿਸ਼ਦ ਸੀ, ਚਾਹੇ ਬਜਰੰਗ ਦਲ ਸੀ, ਚਾਹੇ ਮੋਰਲ ਪੁਲਿਸਿੰਗ ਸਕੁਐਡ ਸੀਗੇ, ਉਹਨਾਂ ਨੂੰ ਖੁੱਲੀ ਸ਼ਹਿਰ ਦੇ ਰੱਖੀ 5 ਸਾਲ। ਪਰ ਜਦੋਂ ਦੂਜੀ ਵਾਰ ਮੋਦੀ ਸਾਹਿਬ ਆਏ ਨੇ, ਉਹਨਾਂ ਨੇ ਨੰਗੇ ਚਿੱਟੇ ਰੂਪ ਵਿੱਚ ਜਿੰਨੀਆਂ ਸੰਵਿਧਾਨਕ ਸੰਸਥਾਵਾਂ ਸੀਗੀਆਂ, ਚਾਹੇ ED ਸੀ, ਚਾਹੇ CBI ਸੀ, ਚਾਹੇ ਇਲੈਕਸ਼ਨ ਕਮਿਸ਼ਨ ਸੀ, ਅਖੀਰ ਨੂੰ ਸੁਪਰੀਮ ਕੋਰਟ ਤੱਕ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਔਰ UGC ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਲੈ ਲਓ, ਤੁਸੀਂ ਫਿਲਮ ਇੰਸਟੀਚਿਊਟ ਆਫ ਇੰਡੀਆ ਲੈ ਲਓ, FTTI ਲੈ ਲਓ, ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਲੈ ਲਓ, ਜਾਂ ਹੋਰ ਜਿੰਨੇ ਅਦਾਰੇ ਸੀ, ਇੱਥੇ ਤੱਕ ਕਿ ਬਿਊਰੋਕ੍ਰੇਸੀ ਵਿੱਚ ਲੇਟਰਲ ਐਂਟਰੀ ਕਰਾ ਕੇ ਇੱਕ ਵਿਸ਼ੇਸ਼ ਪਾਰਟੀ ਦੇ ਬੰਦੇ, ਵਿਸ਼ੇਸ਼ ਵਿਚਾਰਧਾਰਾ ਦੇ ਬੰਦੇ ਫਿੱਟ ਕਰਨੇ ਸ਼ੁਰੂ ਕਰ ਦਿੱਤੇ, ਕਿਤਾਬਾਂ ਦੇ ਸਿਲੇਬਸ ਬਦਲਣੇ ਸ਼ੁਰੂ ਕਰ ਦਿੱਤੇ। ਜੋ ਜਮਹੂਰੀਅਤ ਦਾ ਸ਼ਬਦ ਸੀਗਾ, ਜੋ ਧਰਮ ਨਿਰਪੱਖਤਾ ਦੇ ਸ਼ਬਦ ਸੀਗੇ, ਜੋ ਸੋਸ਼ਲਿਜ਼ਮ ਸੀਗਾ ਸਾਡੇ ਸੰਵਿਧਾਨ ਦਾ, ਉਹ ਜੋ ਪੜ੍ਹਾਏ ਜਾਂਦੇ ਬੱਚਾ 9ਵੀਂ 10ਵੀਂ 11ਵੀਂ 12ਵੀਂ ਉਹ ਕੱਢ ਦਿੱਤੇ ਸਿਲੇਬਸਾਂ ਵਿੱਚੋਂ, ਤੇ ਰਾਜਾਂ ਦੇ ਅਧਿਕਾਰਾਂ ਦੇ ਛਾਪਾ ਮਾਰ ਕੇ GST ਲਾਗੂ ਕਰ ਦਿੱਤੀ ਹੈਗੀ। ਰਾਜ ਮੰਗਤੇ ਬਣਾ ਦਿੱਤੇ ਹੈਗੇ ਹੈ, ਰਾਜਾਂ ਦੇ ਹਰ ਸਾਰੇ ਹੱਕ ਖੋ ਕੇ ਉਹ ਸੈਂਟਰ ਆਪਣੇ ਕੋਲ ਲੈ ਗਿਆ ਹੈਗਾ ਹੈ। ਤੇ ਹਰ ਤਰ੍ਹਾਂ ਨਾਲ ਜਿਹੜੀ ਮੁਲਕ ਦੀ, ਜਿਹੜਾ ਹਿੰਦੁਸਤਾਨੀ ਮੁਲਕ ਹੈ, ਇਹਦੇ 'ਚ ਅਲੱਗ-ਅਲੱਗ ਵਿਲੱਖਣਤਾਵਾਂ ਹੈਗੀਆਂ, ਧਾਰਮਿਕ ਵਿਲੱਖਣਤਾਵਾਂ, ਇਲਾਕਾਈ ਵਿਲੱਖਣਤਾਵਾਂ ਤੇ ਇੱਥੇ ਨਸਲੀ ਵਿਲੱਖਣਤਾਵਾਂ ਹੈਗੀਆਂ, ਇੱਥੇ ਸੱਭਿਆਚਾਰਕ ਵਿਲੱਖਣਤਾਵਾਂ ਹੈਗੀਆਂ, ਇੱਥੇ ਕੌਮੀ ਵਿਲੱਖਣਤਾਵਾਂ ਹੈਗੀਆਂ। ਇਹ ਵਿਲੱਖਣਤਾਵਾਂ ਦਾ ਮੁਲਕ ਹੈ। ਇਸ ਮੁਲਕ ਨੂੰ ਇੱਕ ਰੰਗ 'ਚ ਰੰਗਣ ਦੀ, ਭਗਵੇਂ ਰੰਗ 'ਚ ਰੰਗਣ ਦੀ ਜੋ ਕੋਸ਼ਿਸ਼ ਮੋਦੀ ਸਾਹਿਬ ਨੇ ਕੀਤੀ ਹੈਗੀ ਹੈ, ਹਿੰਦੁਸਤਾਨ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਇੱਕ ਖਤਰਨਾਕ ਰੁਝਾਨ ਹੈ। ਇਹਨੂੰ ਹਿੰਦੂ ਰਾਸ਼ਟਰ ਬਣਾਉਣ ਦਾ। ਭਾਰਤ ਹਿੰਦੂ ਰਾਸ਼ਟਰ ਨਹੀਂ ਹੈਗਾ, ਸੰਵਿਧਾਨ ਕਹਿੰਦਾ ਰਾਜਾਂ ਦਾ ਸੰਘ ਹੈਗਾ ਹੈ, ਤੇ ਉਸਦੇ ਉਲਟ ਇਹਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦੀ ਜੋ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਸਾਰੀਆਂ ਘੱਟ ਗਿਣਤੀਆਂ ਵਾਸਤੇ, ਦਲਿਤਾਂ ਵਾਸਤੇ, ਕਬਾਇਲੀ ਲੋਕਾਂ ਵਾਸਤੇ ਤੇ ਆਮ ਲੋਕਾਂ ਵਾਸਤੇ ਬੜੀ ਖਤਰਨਾਕ ਇੱਕ ਮਤਲਬ ਇੱਕ ਜਿਹੜਾ ਸਟੈਪ ਹੈਗਾ ਉਹ ਲਿਆ ਜਾ ਰਿਹਾ ਹੈਗਾ ਹੈ। ਤੇ ਉਹਦੇ ਜੇ ਦੇਖ, ਹੁਣ ਮੈਂ ਇਸੇ ਮੁੱਦੇ ਤੇ ਆਉਂਦਾ, ਉਸਦੇ ਮਾਮਲੇ 'ਚ ਜੇਕਰ ਰਵੱਈਆ ਦੇਖਿਆ ਜਾਵੇ ਤਾਂ ਜਿੱਥੇ ਕੇਜਰੀਵਾਲ ਸਾਹਿਬ ਜਿਹੜੇ ਕਿ ਕਿਸੇ ਸੰਗੀ ਸਾਥੀ ਰਹੇ ਨੇ ਪ੍ਰਸ਼ਾਂਤ ਭੂਸ਼ਣ ਜੋਗਿੰਦਰ ਯਾਦਵ ਦੇ, ਇਹ ਨਾ ਤਾਂ ਸ਼ਹੀਨ ਬਾਗ ਜਾਂਦੇ ਆ ਜਿੱਥੇ ਮੁਸਲਿਮ ਭਾਈਚਾਰਾ ਸੰਘਰਸ਼ ਕਰ ਰਿਹਾ, ਨਾ ਇਹ ਜਾਮੀਆ ਮਿਲੀਆ ਜਾਂਦੇ ਹੈ, ਨਾ ਇਹ JNU ਦੀ ਜਿੱਥੇ ਭਾਜਪਾ ਦੇ ਗੁੰਡਿਆਂ ਨੇ ਹਮਲਾ ਕਰਕੇ ਵਿਦਿਆਰਥੀ ਜ਼ਖਮੀ ਕੀਤੇ ਹੈਗੇ ਹੈ, ਤੇ ਨਾ ਇਹ ਦਿੱਲੀ ਦੰਗਿਆਂ ਦੇ ਮੁਸਲਮਾਨ ਭਰਾਵਾਂ ਦੇ ਘਰ ਜਾਂਦੇ ਆ। ਇਹਨਾਂ ਕੋਲ ਐਡੀ ਬੜੀ ਫੌਜ ਹੈ ਵਲੰਟੀਅਰ ਦਿੱਲੀ 'ਚ, ਕਿਸੇ ਨੇ ਜਾ ਕੇ ਮੱਥਾ ਨਹੀਂ ਡਾਇਆ ਕਿ ਨਿਕਲੋ ਕੌਣ ਹੈ ਜਿਹੜਾ ਮੁਸਲਮਾਨ ਭਰਾਵਾਂ ਨੂੰ ਮਾਰਦਾ ਹੈਗਾ ਹੈ। ਬਿਲਕੁਲ ਚੁੱਪ ਬੱਟੀ ਰੱਖੀ ਸਾਰੀਆਂ ਚੋਣਾਂ ਦੌਰਾਨ। ਉਲਟਾ ਉਹ ਕਹਿੰਦੇ ਸੀ ਰਾਮ ਮੰਦਿਰ, ਇਹ ਕਹਿੰਦਾ ਹਨੂਮਾਨ ਮੰਦਿਰ। ਉੱਥੇ ਜਾ ਕੇ ਜੋ ਉਹਨਾਂ ਨੂੰ ਹਿੰਦੂ ਚਿੰਨ੍ਹਾਂ ਨੂੰ ਮਤਲਬ ਪ੍ਰਵਾਨਤਾ ਦਵਾ ਕੇ ਇਹ ਜਿਸ ਤਰ੍ਹਾਂ ਨੇ ਹਿੰਦੂ ਕਾਰਡ, ਸੌਫਟ ਹਿੰਦੂ ਕਾਰਡ ਖੇਲਿਆ ਹੈਗਾ, ਉਸ ਦੇ ਉਲਟ ਪ੍ਰਸ਼ਾਂਤ ਤੇ ਜੋਗਿੰਦਰ ਹੋਰਾਂ ਨੇ ਜਾਂ ਆਪਾਂ ਸਾਰਿਆਂ ਨੇ ਦਿੱਲੀ ਜਾ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਸੀ। ਮੈਂ ਵੀ ਗ੍ਰਿਫਤਾਰ ਹੋਇਆ, ਪ੍ਰਸ਼ਾਂਤ ਵੀ ਗ੍ਰਿਫਤਾਰ ਹੋਇਆ, ਰਾਮਚੰਦਰ ਗੁਹਾ ਵਰਗੇ ਹਿਸਟੋਰੀਅਨ ਗ੍ਰਿਫਤਾਰ ਹੋਏ, ਮੁਲਕ 'ਚ ਹਜ਼ਾਰਾਂ ਲੋਕ ਗ੍ਰਿਫਤਾਰ ਹੋਏ ਨੇ, ਪੜ੍ਹੇ ਲਿਖੇ ਸਮਝਦਾਰ ਜਿਹੜੇ ਇਹਦੇ ਭਵਿੱਖ ਬਾਰੇ ਚਿੰਤਤ ਸੀਗੇ। ਪਰ ਇਹ ਜਿਹੜੇ ਕੇਜਰੀਵਾਲ ਸਾਹਿਬ ਦੀ ਪਾਰਟੀ ਵੀ ਤੇ ਉਹ ਖੁਦ ਵੀ ਬਿਲਕੁਲ ਇਸ ਮਾਮਲੇ ਚੁੱਪ ਧਾਰੀ ਰੱਖੀ, ਸਾਜ਼ਿਸ਼ ਤੋਂ ਧਾਰੀ ਰੱਖੀ, ਇੱਥੋਂ ਤੱਕ ਕਿ ਉਹ ਕੇਜਰੀਵਾਲ ਜਿਹੜਾ ਦਿੱਲੀ ਵਾਸਤੇ ਤਾਂ ਪੂਰਨ ਰਾਜ ਦੀ ਮੰਗ ਕਰਦਾ ਹੈਗਾ, ਪਰ ਜਦੋਂ ਕਸ਼ਮੀਰ ਦੇ 2 ਟੋਟੇ ਕੀਤੇ ਜਾਂਦੇ ਆ ਤਾਂ ਵੋਟ ਭਾਜਪਾ ਦੇ ਹੱਕ 'ਚ ਪਾ ਕੇ ਆਉਂਦਾ ਹੈਗਾ। ਸੋ ਇਹ ਇਹਦਾ ਦੋਗਲਾ ਕਿਰਦਾਰ ਸਾਫ਼ ਨਜ਼ਰ ਲੋਕਾਂ ਨੇ 3-4 ਸਾਲ 'ਚ ਦੇਖ ਲਿਆ ਕਿ ਪ੍ਰਸ਼ਾਂਤ ਭੂਸ਼ਣ ਜੀ ਕੀ ਚੀਜ਼ ਸੀਗੇ, ਜੋਗਿੰਦਰ ਯਾਦਵ ਕੀ ਸੀਗਾ, ਗਾਂਧੀ ਕੀ ਸੀਗਾ, ਇਹ ਕੇਜਰੀਵਾਲ ਸਾਹਿਬ ਕੀ ਚੀਜ਼, ਇਹਨਾਂ ਦੀ ਪਾਰਟੀ ਦੀ ਕੋਟਰੀ ਹੈਗੀ ਹੈ, ਉਹ ਕੀ ਚੀਜ਼ ਹੈਗੀ ਹੈ। ਬਿਲਕੁਲ ਜੀ, ਬੜੇ ਕਲੀਅਰਲੀ ਤੁਸੀਂ ਖੈਰ ਪੰਜਾਬੀ ਵੀ ਸਮਝ ਗਏ ਸੀ ਡਾਕਟਰ ਸਾਹਿਬ। 2017 'ਚ ਦੇਖੋ ਨਾ, 2014 'ਚ ਪਾਰਟੀ ਦਾ ਕੋਈ ਪ੍ਰਧਾਨ ਨਹੀਂ ਸੀਗਾ ਲੋਕ ਸਭਾ ਚੋਣਾਂ ਵੇਲੇ ਪੰਜਾਬ ਦੇ ਵਿੱਚ,
ਆਮ ਬੰਦੇ, ਹਾਂਜੀ ਹਾਂਜੀ ਆਮ ਪਾਰਟੀ ਦਾ ਵਲੰਟੀਅਰ, ਐਨਆਰਆਈਜ਼ ਕਹਿ ਲਈਏ, ਜਿਹੜੇ ਸਿੰਪਥਾਈਜ਼ਰ ਸੀਗੇ ਆਮ ਆਦਮੀ ਪਾਰਟੀ ਦੇ, ਉਹੀ ਪ੍ਰਧਾਨ ਸੀਗੇ। ਇਹ ਸਾਰੇ ਕੰਮ ਕਰ ਰਹੇ ਸੀਗੇ ਤੇ ਬਿਲਕੁਲ। ਪਾਰਟੀ ਨੇ ਬਿਨਾਂ ਕਿਸੇ ਢਾਂਚੇ ਤੋਂ, ਬਿਨਾਂ ਕਿਸੇ ਸਟਰਕਚਰ ਤੋਂ 25% ਵੋਟ ਲੈ ਲੈਣੀ ਪੰਜਾਬ ਦੇ ਵਿੱਚ, 24.5%, 4 ਐਮਪੀ ਜਿਤਾ ਦੇਣੇ ਬਿਨਾਂ ਪ੍ਰਧਾਨਗੀ ਤੋਂ। ਤੇ ਜਿਹੜੀ ਬਿਲਕੁਲ ਲਹਿਰ ਹੁੰਦੀ ਹੈ ਜੀ, ਤੇ ਮੁੜ ਕੇ ਪ੍ਰਧਾਨ ਬਣੇ ਜੀ ਇਹ ਕੇਜਰੀਵਾਲ ਨੇ ਪ੍ਰਧਾਨ ਬਣਾਇਆ। ਬੇਸਿਕਲੀ ਤਾਂ ਚਲੋ ਛੋਟੇਪੁਰ ਉਹਨਾਂ ਨੂੰ ਬਣਾਇਆ, ਪਰ ਪ੍ਰਧਾਨਗੀ ਸੀਗੀ ਅਸਲ ਦੇ ਵਿੱਚ ਸੰਜੇ ਸਿੰਘ ਦੁਰਗੇਸ਼ ਪਾਠਕ ਦੀ। ਹਾਂਜੀ ਠੀਕ ਹਾਂਜੀ ਹੈ ਜੀ। ਬਿਲਕੁਲ ਜੀ ਬਿਲकुल। ਉਹਨਾਂ ਨੇ ਦੇਖੋ, ਪ੍ਰਧਾਨਗੀ ਦਿੱਲੀ ਉਹਨਾਂ, ਮੈਨੂੰ ਆਪਣਾ ਪੁਆਇੰਟ ਕਲੀਅਰ ਕਰ ਲੈਣ ਦਿਓ ਜੀ ਆਹ ਵਾਲਾ। ਉਹਨਾਂ ਦੀ ਪ੍ਰਧਾਨਗੀ ਦੇ ਵਿੱਚ, ਕਿਉਂਕਿ ਪਾਰਟੀ ਨੂੰ ਬਿਨਾਂ ਕਿਸੇ ਸਟਰਕਚਰ ਤੋਂ 25% 24% ਵੋਟ ਮਿਲੀ, ਤੇ ਤੁਹਾਨੂੰ 2-2.5 ਸਾਲ ਦਾ ਨਫ ਟਾਈਮ ਮਿਲ ਗਿਆ ਸੀਗਾ ਜੀ। ਔਰ ਦਿੱਲੀ ਦੇ ਵਿੱਚ ਤੁਹਾਡੀ ਥੰਪਿੰਗ ਮੈਜੋਰਟੀ ਸੀਗੀ 2015 ਦੀ, ਤੇ ਉਸ ਦੇ ਆਧਾਰ ਦੇ ਉੱਤੇ ਬਿਲਕੁਲ 2017 ਦੇ ਵਿੱਚ ਵੋਟ 25 ਤੋਂ 35% ਹੋਣੀ ਚਾਹੀਦੀ ਸੀ ਜੀ, ਤਾਂ ਸਰਕਾਰ ਬਣਦੀ ਸੀ। ਬਿਲਕੁਲ ਜੀ ਪਰ ਬਿਲकुल, ਕੋਈ ਇਹਨਾਂ ਦੀ ਸ਼ੱਕ ਨਹੀਂ, ਪ੍ਰਧਾਨਗੀ ਕੋਈ ਦੇ ਸ਼ੱਕ। ਵਿੱਚ ਵੋਟ ਦੋ ਜਾਨੀ ਥੋੜੀ ਜਿਹੀ ਘਟਦੀ ਹੈ, ਆਪਾਂ ਕਹਿ ਲਈਏ 19 ਕੇ ਰਹਿ ਜਾਂਦੀ ਹੈ ਜੀ। ਤੇ ਪਾਰਟੀ ਦੀ ਹਾਂਜੀ ਪਰਫਾਰਮੈਂਸ ਹਾਂਜੀ ਜਿਹੜੀ ਸੀਗੀ ਉਸ ਵੇਲੇ 4 ਲੋਕ ਸਭਾ ਸੀਟਾਂ ਸੀਗੀਆਂ, ਤੇ ਉਹ ਕਨਵਰਟ ਹੁੰਦੀਆਂ ਸੀਗੀਆਂ 33 ਵਿਧਾਨ ਸਭਾ ਹਲਕਿਆਂ 'ਚ 2014 ਦੇ ਹਿਸਾਬ ਨਾਲ ਜੀ। ਤੇ ਬਿਲਕੁਲ ਜੀ। 2017 ਦੇ ਵਿੱਚ ਇਹਨਾਂ ਦੀ ਪ੍ਰਧਾਨਗੀ ਹੇਠ ਪਾਰਟੀ 20 ਸੀਟਾਂ ਤੇ ਰਹਿ ਜਾਂਦੀ ਹੈ ਜੀ। ਫਿਰ ਪ੍ਰਧਾਨ ਬਣਦੇ ਨੇ ਭਗਵੰਤ ਬਿਲਕੁਲ ਮਾਨ ਸਾਹਿਬ 2017 ਤੋਂ ਬਾਅਦ। ਤੇ ਪਾਰਟੀ ਹਾਂਜੀ ਦੀ ਹਾਂਜੀ ਪਰਫਾਰਮੈਂਸ ਵੋਟ ਪਰਸੈਂਟੇਜ ਰਹਿ ਜਾਂਦਾ 7% ਜੀ, ਤੇ ਵਿਧਾਨ ਜਿਹੜਾ ਲੋਕ ਸਭਾ ਹਲਕਾ ਰਹਿ ਜਾਂਦਾ 1, ਜਿਹੜੇ ਕਿ 5 ਵਿਧਾਨ ਸਭਾ ਹਲਕੇ ਬਣਦੇ ਨੇ ਜੀ। ਪਾਰਟੀ 33 ਤੋਂ 5 ਵਿਧਾਨ ਸਭਾ ਹਲਕਿਆਂ ਤੇ ਆ ਗਈ, ਕਿਉਂਕਿ ਪੰਜਾਬੀ ਮੀਨਸ ਸਮਝ ਗਿਆ ਸੀਗਾ ਇਸ ਪਾਰਟੀ ਨੂੰ ਬਈ ਇਹ 2014 ਵਾਲੀ ਆਮ ਆਦਮੀ ਪਾਰਟੀ ਤੇ 2017 ਵਾਲੀ ਆਮ ਆਦਮੀ ਪਾਰਟੀ ਬਹੁਤ ਫਰਕ ਹੈ ਜੀ। ਤੁਸੀਂ ਤਾਂ ਚਲੋ ਪਹਿਲਾਂ ਸਮਝ ਬਹੁਤ ਗਏ ਕਿਉਂਕਿ ਤੁਸੀਂ ਵਿੱਚ ਸੀਗੇ ਜੀ। ਪੰਜਾਬ ਨਹੀਂ ਜੀ, ਮੈਂ ਵਿੱਚ ਸੀਗਾ, ਤੇ ਜਦੋਂ ਮੈਂ ਰੌਲਾ ਪਾਇਆ ਜੀ, ਉਦੋਂ ਸਾਰੇ ਬੰਦੇ ਇਕੱਠੇ ਹੋ ਜਾਂਦੇ, ਤਾਂ ਮਤਲਬ ਕਾਰਨ ਨਹੀਂ ਸੀ ਕਿ 17 ਚ ਅਸੀਂ ਕਿ ਸਾਫ਼ ਸੁਥਰੀ ਪੰਜਾਬ ਆਧਾਰਿਤ ਪਾਰਟੀ ਬਣਾ ਕੇ ਇਸ ਅਕਾਲੀਆ ਕਾਂਗਰਸ ਉਹਨਾਂ ਨੂੰ ਭਜਾ ਸਕਦੇ ਸੀਗੇ। ਪਰ ਉਸ ਵੇਲੇ ਹਰ ਇੱਕ ਨੂੰ ਆਪਾ ਧਾਪੀ ਪਈ ਸੀਗੀ, ਹਰ ਕੋਈ ਬੰਦਾ ਆਪਣੀ ਟਿਕਟਾਂ ਨੂੰ ਸਿਕਿਉਰ ਕਰਨਾ ਚਾਹੁੰਦਾ ਸੀ। ਸਾਰੇ ਲੋਕੀ ਮੇਰੇ ਤੋਂ ਦੂਰ ਹੋ ਗਏ। ਮੇਰਾ ਫੇਸਬੁੱਕ ਤੇ ਮੈਨੂੰ ਲਾਈਕ ਕਰਨਾ ਬੰਦ ਕਰਤਾ, ਮੈਨੂੰ ਮਿਲਣਾ ਬੰਦ ਕਰ ਦਿੱਤਾ ਕਿ ਗਾਂਧੀ ਨੇ ਦਾ ਪੰਗਾ ਲੈ ਲਿਆ ਹੈਗਾ ਕੇਜਰੀਵਾਲ ਨਾਲ। ਜੇ ਗਾਂਧੀ ਨਾਲ ਦੇਖ ਵੀ ਗਏ, ਗਾਂਧੀ ਦੀ ਪੋਸਟ ਵੀ ਲਾਈਕ ਕਰਤੀ, ਤਾਂ ਵੀ ਸਾਡੀ ਟਿਕਟ ਕੱਟੀ ਜਾਏਗੀ। ਉਹ ਤਾਂ ਫਿਰ ਇਹ ਹੋਇਆ ਇਹ ਕਿ ਜਿਹਦੀ ਦੀ ਪੂਛ ਦੱਬ ਹੋਈ ਗਈ, ਉਹ ਫਿਰ ਭੱਜੀ ਗਿਆ ਹੈਗਾ। ਪਹਿਲਾਂ ਛੋਟੇਪੁਰ ਸਾਹਿਬ ਨੂੰ ਇਹਨਾਂ ਨੇ ਜਲੀਲ ਕੀਤਾ ਬਿਨਾਂ ਕਿਸੇ ਗੱਲ ਤੋਂ, ਸਟਿੰਗ ਕਰਕੇ, ਜਿਹੜਾ ਸਟਿੰਗ ਹੁਣ ਤੱਕ ਬਾਹਰ ਨਹੀਂ ਆਇਆ। ਫਿਰ ਖਹਿਰਾ ਸਾਹਿਬ ਨੂੰ ਕੀਤਾ, ਫਿਰ ਘੁੱਗੀ ਨੂੰ ਕੀਤਾ, ਡਾਕਟਰ ਦਲਜੀਤ ਸਿੰਘ ਨੂੰ ਕੀਤਾ। ਮਤਲਬ ਇਹਨਾਂ ਨੇ ਪੰਜਾਬੀ ਲੀਡਰਸ਼ਿਪ ਨੂੰ ਇੱਕ ਇੱਕ ਕਰਕੇ ਨਕਾਰਾ ਕਰਕੇ ਬੱਦੂ ਬਣਾ ਕੇ ਪੰਜਾਬੀ ਲੋਕਾਂ 'ਚ ਇਹਨਾਂ ਨੇ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਦੇਖੋ, ਇੱਕ ਹੁੰਦਾ ਯੂਜ਼ ਐਂਡ ਥਰੋ, ਉਹ ਸਾਰੀਆਂ ਪਾਰਟੀਆਂ ਕਰਦੀਆਂ, ਬੰਦੇ ਨੂੰ ਵਰਦੀਆਂ ਸੁੱਟ ਦਿੰਦੀਆਂ। ਇੱਕ ਹੁੰਦਾ ਯੂਜ਼, ਥਰੋ ਐਂਡ ਡਿਸਟਰੋਏ, ਇਹਨੂੰ ਖਤਮ ਵੀ ਕਰੋ ਨਾਲ। ਇਹ ਨੀਤੀ ਹੈ ਆਮ ਆਦਮੀ ਪਾਰਟੀ, ਜਿਹੜੀ ਕਿ ਬਹੁਤ ਘਾਤਕ ਹੈ, ਬਹੁਤ ਖਤਰਨਾਕ ਹੈ, ਨਾ ਸਿਰਫ ਜਮਹੂਰੀਅਤ ਵਾਸਤੇ ਬਲਕਿ ਇੰਟਰਾ ਪਾਰਟੀ ਜਿਹੜੀ ਅੰਤਰ ਪਾਰਟੀ ਜਮਹੂਰੀਅਤ ਹੈ, ਅੰਤਰਾ ਪਾਰਟੀ, ਉਹਦੇ ਵਾਸਤੇ ਬਹੁਤ ਖਤਰਨਾਕ ਹੈ ਜੀ। ਡਾਕਟਰ ਸਾਹਿਬ, ਅਗਰ ਕੇਜਰੀਵਾਲ ਨੇ ਆਪਣਾ ਰੰਗ ਬਦਲ ਲਿਆ, ਜਾਨੀ ਜਿਹੜਾ ਸੱਤਾ ਦਾ ਨਸ਼ਾ ਜਿਹੜਾ ਚੜ ਗਿਆ 2015 ਦੇ ਵਿੱਚ, ਉਹਦੇ ਕਰਕੇ ਖੱਟਿਆ ਵੀ ਕੀ ਜੀ? ਇੱਕ ਦਿੱਲੀ ਜੋਗੇ ਰਹਿ ਗਏ। ਮੇਰਾ ਇਹ ਮੰਨਣਾ ਸੀਗਾ ਜੀ ਵੀ ਜਿਵੇਂ ਉਹ ਹੁੰਦਾ ਨਾ ਕੌਣ ਬਣੇਗਾ ਕਰੋੜਪਤੀ, ਮੈਂ ਬੜਾ ਫੈਨ ਹਾਂ ਜੀ ਉਹਦਾ, ਤੁਸੀਂ ਵੀ ਸ਼ਾਇਦ ਹੋਵੋਗੇ, ਸ਼ੁਰੂ ਤੋਂ ਹੀ ਵੇਖਦੇ ਆ ਰਹੇ ਹਾਂ ਜੀ। ਹਾਂਜੀ ਉਹਦੇ 'ਚ ਹਾਂਜੀ ਉਹ ਹਾਂਜੀ ਹੁੰਦਾ, ਹੁਣ ਚਲੋ 7 ਕਰੋੜ ਦਾ ਨਾਮ ਕਰਤਾ ਜੀ ਉਹਨੇ, ਜਦੋਂ 7 ਕਰੋੜ ਵਾਲਾ ਨਾ ਲੋਕ ਲਾਇਆ ਹੁੰਦਾ ਜੀ ਉਹਨਾਂ ਨੇ ਆਪਣਾ ਪ੍ਰੋਗਰਾਮ ਦੇ ਵਿੱਚ, ਉਹ ਉਦੋਂ ਖੁੱਲਦਾ ਜਦੋਂ ਹਾਂਜੀ 1 ਕਰੋੜ ਵਾਲੇ ਤੇ ਤੁਸੀਂ ਪਹੁੰਚ ਜਾਂਦੇ ਹੋ ਕੁਐਸਚਨ ਦੇ ਉੱਤੇ ਵੀ ਆਪ 7 ਕਰੋੜ ਵਾਲਾ ਆਪਕਾ ਖੁੱਲ ਗਿਆ ਹੈ ਤਾਲਾ। ਬਿਲਕੁਲ ਉਹਨੂੰ ਮੈਂ ਕੇਜਰੀਵਾਲ ਦੇ ਨਾਲ ਇਸੇ ਐਨਾਲੋਜੀ ਨੂੰ ਯੂਜ਼ ਕਰਾਂ ਨਾ, ਤੇ ਕੇਜਰੀਵਾਲ ਦਾ 7 ਕਰੋੜ ਆ ਜਿਹੜਾ, ਉਹ ਹੈਗਾ ਵੀ ਮੁਲਕ ਦੀ ਲੋਕ ਸਭਾ ਚੋਣਾਂ ਜਿੱਤ ਕੇ ਤੇ ਕੇਂਦਰ 'ਚ ਪਹੁੰਚਣਾ, ਉਹ ਹੈਗਾ 7 ਕਰੋੜ। ਬਿਲਕੁਲ ਉਹ ਜਿਹੜਾ ਬਿਲਕੁਲ ਤਾਲਾ ਸੀਗਾ 7 ਕਰੋੜ ਦਾ, 1 ਕਰੋੜ ਕੌਣ ਬਣੇਗਾ ਕਰੋੜਪਤੀ ਵਾਲਾ, ਉਹ ਸੀਗਾ ਪੰਜਾਬ ਵਿਧਾਨ ਸਭਾ ਚੋਣ ਜੀ, ਬਿਲਕੁਲ ਜੀ, ਬਿਲਕੁਲ 2017 ਦੀ। ਕੁੰਡੀ ਬਿਲਕੁਲ ਜੀ, ਉਹ ਚੋਣ ਉਹ ਕੇਜਰੀਵਾਲ ਬੰਦ ਹੋ ਗਈ। ਬਾਏ ਹੁੱਕ ਬਾਏ ਕ੍ਰੁਕ ਜਿਵੇਂ ਮਰਜ਼ੀ ਜਿੱਤਦਾ ਜੀ, ਉੱਥੋਂ ਉਹਦਾ ਫਿਰ 7 ਕਰੋੜ ਵਾਲਾ ਤਾਲਾ ਖੁੱਲਣਾ ਸੀਗਾ, ਕਿਉਂਕਿ ਪਾਰਟੀ ਦੀ ਲਹਿਰ ਹੋਣੀ ਸੀ ਜੀ। 15 ਦੇ ਵਿੱਚ ਦਿੱਲੀ ਫਤਿਹ ਕੀਤਾ, 17 ਦੇ ਵਿੱਚ ਪੰਜਾਬ ਫਤਿਹ ਕੀਤਾ, ਤੇ ਮੁੜ ਕੇ 17 ਤੋਂ ਲੈ ਕੇ 19 ਦੀਆਂ ਲੋਕ ਸਭਾ ਚੋਣਾਂ ਦੇ ਦਰਮਿਆਨ ਜਿੰਨੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਸੀਗੀਆਂ, ਪਾਰਟੀ ਦਾ ਗ੍ਰਾਫ ਵੱਧਦਾ ਜਾਣਾ ਸੀ। ਬਿਲਕੁਲ ਜੀ, ਬਿਲਕੁਲ ਔਰ ਬਿਲਕੁਲ। ਕਾਂਗਰਸ ਦੇ ਹਾਲਾਤ ਵੇਖੋ 2019 ਦੇ ਵਿੱਚ, ਯਾਨੀ ਲੋਕ ਸਭਾ ਚੋਣਾਂ ਦੀ ਮੈਂ ਗੱਲ ਕਰਦਾ ਜੀ, ਤੇ ਕੇਜਰੀਵਾਲ ਨੇ ਮੇਜਰ ਯਾਨੀ ਕੰਪੈਟੀਟਰ ਹੋਣਾ ਸੀ, ਮੋਦੀ ਦੀ ਅੱਖਾਂ ਚੱਖਾਂ ਮਿਲਾ ਕੇ ਗੱਲ ਕਰਨੀ ਸੀ ਇਹਨੇ ਜੀ 2019। ਬਿਲਕੁਲ ਨਹੀਂ, ਉਹ ਨੀਤ ਹੀ ਨਹੀਂ ਹੈਗੀ, ਉਹ ਨੀਤ ਨਹੀਂ ਹੈ, ਉਹ ਅਸੂਲ ਨਹੀਂ ਹੈਗੇ ਆ ਜਿਹਨਾਂ ਅਸੂਲਾਂ ਦੇ ਪਾਰਟੀ ਦਾ ਗਠਨ ਹੋਇਆ ਸੀਗਾ ਜਾਂ ਸੋਚਿਆ ਗਿਆ ਸੀਗਾ। ਉਹ ਤਾਂ ਬਿਲਕੁਲ 180 ਡਿਗਰੀ ਦਾ ਟਰਨ ਮਾਰਿਆ ਇਹਨਾਂ ਨੇ। ਯਾਰ ਬਿਲਕੁਲ। ਤੇ ਹੁਣ ਆਪਾਂ ਚਲੋ ਹੁਣ ਕੇਜਰੀਵਾਲ ਸਾਹਿਬ ਦੇਖੋ ਮਾਫੀਆਂ ਮੰਗਦੇ ਫਿਰ ਰਹੇ ਨੇ, ਕਦੇ ਡਰੱਗ ਮਾਫੀਏ ਤੋਂ, ਕਦੇ ਜੇਤਲੀ ਵਰਗੇ ਕਰਪਟ ਬੰਦੇ ਤੋਂ, ਤੇ ਆਪਣੇ ਭੂਸ਼ਣ ਸਾਹਿਬ ਦੇਖੋ ਅੱਖਾਂ ਚੱਖਾਂ ਪਾ ਕੇ ਗੱਲ ਕਰ ਰਹੇ ਨੇ ਸੁਪਰੀਮ ਕੋਰਟ ਦੇ ਨਾਲ, ਤੇ ਬੈਕਫੁੱਟ ਤੇ ਲੈ ਗਏ ਜੀ ਸੁਪਰੀਮ ਕੋਰਟ ਨੂੰ। ਨਹੀਂ ਜੀ,
ਉਹ ਇਸ ਵੇਲੇ ਸੁਪਰੀਮ ਕੋਰਟ ਹਾਰੀ ਪਈ ਹੈ ਤੇ ਪ੍ਰਸ਼ਾਂਤ ਭੂਸ਼ਣ ਜਿੱਤਿਆ ਹੋਇਆ। ਉਹ ਮਤਲਬ ਸੁਪਰੀਮ ਕੋਰਟ ਨੂੰ ਕੋਈ ਜਵਾਬ ਨਹੀਂ ਸੁਝਿਆ ਕਿ ਇਹਦਾ ਕੀਤਾ ਕੀ ਜਾਵੇ। ਈਵਨ ਜਿਹੜਾ ਅਟਾਰਨੀ ਜਨਰਲ ਆਫ ਇੰਡੀਆ ਹੈਗਾ, ਉਹਨੇ ਸੁਪਰੀਮ ਕੋਰਟ 'ਚ ਕਿਹਾ ਕਿ ਇੱਕ ਟਾਈਪ ਦਾ ਕੇਸ ਨਹੀਂ ਬਣਦਾ ਤੇ ਇਹਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ। ਡਰਦੇ ਨੇ ਸਾਰੇ ਕਿ ਜੇ ਪ੍ਰਸ਼ਾਂਤ ਭੂਸ਼ਣ ਨੂੰ ਜੇਲ੍ਹ ਕਰ ਦਿੱਤੀ ਜਾਂ ਸਜ਼ਾ ਦੇ ਦਿੱਤੀ ਤਾਂ ਹਿੰਦੁਸਤਾਨੀ ਜਮਹੂਰੀਅਤ ਦਾ ਦੁਨੀਆ ਭਰ ਜਲੂਸ ਨਿਕਲੂਗਾ। ਹਿੰਦੁਸਤਾਨ ਦੇ ਜਿਹੜੇ ਸਮਝਦਾਰ ਬੰਦੇ ਉਹਨਾਂ ਜਲੂਸ ਨਿਕਲੂਗਾ ਔਰ ਸੁਪਰੀਮ ਕੋਰਟ ਦਾ ਜਲੂਸ ਨਿਕਲੂਗਾ। ਇਸ ਕਰਕੇ ਪ੍ਰਸ਼ਾਂਤ ਭੂਸ਼ਣ ਸੱਪ ਜਿਵੇਂ ਤੁਸੀਂ ਲਿਖਿਆ, ਤੁਸੀਂ ਐਡ 'ਚ ਵੀ ਲਿਖਿਆ ਕਿ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੈਗੀ ਹੈ। ਇਹ ਬਿਲਕੁਲ ਇਸ ਵੇਲੇ ਸੁਪਰੀਮ ਕੋਰਟ ਫਸੀ ਪਈ ਹੈ। ਪ੍ਰਸ਼ਾਂਤ ਨਹੀਂ ਫਸਿਆ ਹੋਇਆ, ਉਹ ਬੜਾ ਕਲੀਅਰ ਹੈਡਡ ਹੈਗਾ ਕਿ ਜੇ ਮੈਨੂੰ ਸਜ਼ਾ ਵੀ ਹੁੰਦੀ ਇਸ ਮੁੱਦੇ ਤੇ ਮੈਂ ਸਜ਼ਾ ਸਵੀਕਾਰ ਕਰੂੰਗਾ, ਕਿਉਂਕਿ ਹਿੰਦੁਸਤਾਨ ਨੂੰ ਬਚਾਉਣ ਦਾ ਮਾਮਲਾ, ਹਿੰਦੁਸਤਾਨ ਦਾ ਜਿਹੜਾ ਪਲੂਰਲਿਜ਼ਮ ਹੈਗਾ, ਜਿਹੜਾ ਇੱਕ ਬਹੁਲਤਾਵਾਦੀ ਮੁਲਕ ਹੈਗਾ, ਵੱਖ-ਵੱਖ ਤਰ੍ਹਾਂ ਦਾ ਮੁਲਕ ਹੈਗਾ, ਉਹਦੀ ਵਿਲੱਖਣਤਾਵਾਂ ਨੂੰ ਬਚਾਉਣ ਦਾ ਮਾਮਲਾ ਹੈਗਾ ਹੈ, ਜਮਹੂਰੀਅਤ ਨੂੰ ਬਚਾਉਣ ਦਾ ਮਾਮਲਾ ਹੈਗਾ ਹੈ, ਮੁਲਕ ਦੇ ਲੋਕਾਂ ਨੂੰ ਬਚਾਉਣ ਦਾ ਮਾਮਲਾ, ਮਜ਼ਦੂਰਾਂ ਕਿਸਾਨਾਂ ਨੂੰ ਕਾਰਪੋਰੇਟ ਸੈਕਟਰ ਦੇ ਹੱਥਾਂ 'ਚ ਜਾਣ ਤੋਂ, ਆਰਥਿਕਤਾ ਨੂੰ ਜਾਣ ਤੋਂ ਬਚਾਉਣ ਦਾ ਮਾਮਲਾ ਹੈਗਾ। ਵੀ ਜੇ ਐਡੇ ਵੱਡੇ ਮਾਮਲੇ ਦੇ ਇੱਕ ਪ੍ਰਸ਼ਾਂਤ ਭੂਸ਼ਣ ਤੇ ਬਲੀ ਵੀ ਹੋ ਜਾਊਗੀ, ਇਸ ਵਾਸਤੇ ਤਿਆਰ ਹੈਗਾ ਹੈ, ਜਦ ਕਿ ਸੁਪਰੀਮ ਕੋਰਟ ਦਾ ਜਿਹੜਾ ਵਕਾਰ ਹੈ ਉਹ ਦਾਅ ਤੇ ਲੱਗਿਆ ਹੋਇਆ, ਨਾ ਕਿ ਪ੍ਰਸ਼ਾਂਤ ਭੂਸ਼ਣ ਦਾ ਵਕਾਰ ਦਾਅ ਤੇ ਲੱਗਿਆ ਹੋਇਆ। ਬਿਲਕੁਲ ਜੀ, ਮੈਂ ਤੁਹਾਨੂੰ ਇੱਕ ਖਬਰ ਵੀ ਭੇਜੀ ਆ, ਆਪਣੇ ਇੱਕ ਸੱਜਣ ਨੇ ਉਹਨਾਂ ਨੇ ਖਬਰ ਮੈਨੂੰ ਭੇਜੀ ਸੀਗੀ ਵੀ ਨਿਊਯਾਰਕ ਟਾਈਮਜ਼ ਦੇ ਵਿੱਚ ਖਬਰ ਲੱਗੀ ਹੈ ਜੀ, ਸ਼ਾਇਦ ਤੁਸੀਂ ਪੜ੍ਹੀ ਹੋਵੇ, ਮੈਂ ਤੁਹਾਨੂੰ ਭੇਜੀ ਹੈ ਜੀ। ਅੱਛਾ ਜੀ, ਉਹ ਠੀਕ ਹੈ ਜੀ। ਖਬਰ ਮੈਂ ਡਿਸਕਸ ਕਰਕੇ ਹਟਿਆ ਤੁਹਾਨੂੰ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ। ਉਹ ਖਬਰ ਹੈਗੀ ਹੈ ਜੀ, ਇਹ ਲਾਇਰਸ ਟਵੀਟ ਪੁੱਟ ਇੰਡੀਆਜ਼ ਸੁਪਰੀਮ ਕੋਰਟ ਔਨ ਟ੍ਰਾਇਲ। ਅੱਛਾ ਜੀ। ਐਂਡ ਹਿਮ ਐਟ ਰਿਸਕ ਆਫ ਇੰਪ੍ਰਿਜ਼ਨਮੈਂਟ। ਕੋਈ ਗੱਲ ਨਹੀਂ, 6 ਮਹੀਨੇ ਦੀ ਇੰਪ੍ਰਿਜ਼ਨਮੈਂਟ। ਅਸੀਂ ਬਹੁਤ ਵਧੀਆ ਫੈਸਲਾ ਜੀ ਉਹਨਾਂ ਦਾ, ਯਾਨੀ ਸਲਾਮ ਕਰਨਾ ਬਣਦਾ ਜੀ ਵੀ ਅਸੀਂ, ਮੈਂ ਖੁਦ ਪਾਰਟੀ ਉਸ ਵੇਲੇ ਛੱਡੀ ਜਦੋਂ ਉਹ ਧੱਕਾ ਕੀਤਾ ਜੀ ਇਹਨਾਂ ਦੇ ਨਾਲ। ਅੱਜ ਉਹ ਜਿਹੜੀ ਪਾਰਟੀ ਛੱਡੀ ਦਾ ਸਾਨੂੰ ਮਾਣ ਮਹਿਸੂਸ ਹੋ ਰਿਹਾ ਜੀ। ਬਿਲਕੁਲ ਸਰ, ਬਿਲਕੁਲ ਜੀ। ਤੇ ਵੀ ਲਾਇਰ ਦੇ ਟਵੀਟ ਨੇ ਇੰਡੀਆ ਦਾ ਸੁਪਰੀਮ ਕੋਰਟ ਨੂੰ ਟ੍ਰਾਇਲ ਦੇ ਉੱਤੇ ਪਾਤਾ ਜੀ। ਮੈਂ ਤੁਹਾਨੂੰ ਭੇਜੀ ਆ ਖਬਰ, ਪੜ੍ਹਿਓ ਜੀ ਤੁਸੀਂ WhatsApp ਦੇ ਉੱਤੇ ਜੀ। ਮੈਂ ਜ਼ਰੂਰ ਪੜੂੰਗਾ ਜੀ। ਇੱਕ ਖਬਰ ਹੋਰ ਹੈਗੀ ਆ ਜਿਹੜੀ ਇੰਡੀਅਨ ਐਕਸਪ੍ਰੈਸ ਦੀ, ਉਹ ਵੀ ਬਹੁਤ ਸੋਹਣੀ ਖਬਰ ਹੈ ਜੀ। ਆਪਣੇ ਸੱਜਣ ਨੇ, ਬੜਾ ਯੰਗ ਮੁੰਡਾ ਜੀ, 24-25 ਸਾਲ ਦਾ, ਰਾਜਵਿੰਦਰ ਪੰਨੂ, ਉਹਨਾਂ ਨੇ ਭੇਜੀ ਆ। ਅੱਛਾ ਜੀ। 10 ਇਹਦਾ ਟਾਈਟਲ ਹੈ ਜੀ ਇੰਡੀਅਨ ਐਕਸਪ੍ਰੈਸ ਦਾ, ਤੇ 22 ਅਗਸਤ ਦੀ ਉਹ ਖਬਰ ਹੈ ਜੀ, ਇਹ ਕੱਲ ਪਰਸੋਂ ਦੀ। 10 ਫ੍ਰੀ ਸਪੀਚ ਕੇਸਿਸ ਦਿਸ ਈਅਰ ਇਨ ਮੋਸਟ ਨੋ ਰਿਲੀਫ ਫਰॉम ਸੁਪਰੀਮ ਕੋਰਟ ਐਕਸੈਪਟ ਵੈਨ ਸੈਂਟਰ ਡਿਡ ਨਾਟ ਆਬਜੈਕਟ। ਇਹ ਵੀ ਖਬਰ ਤੁਹਾਨੂੰ ਮੈਂ ਭੇਜੀ ਹੈ, ਪੜ੍ਹਿਓ ਲਾਜ਼ਮੀ ਜੀ। ਸੁਪਰੀਮ ਕੋਰਟ ਕਿੱਦਾਂ ਇਹਨਾਂ ਨੇ ਮੋਦੀ ਸ਼ਾਹ ਦੀ ਕਠਪੁਤਲੀ ਬਣ ਚੁੱਕਿਆ ਜੀ। ਯਾਨੀ ਚਲੋ ਲੋਅਰ ਲੈਵਲ ਦੀਆਂ ਜਿਹੜੀ ਜੁਡੀਸ਼ਰੀ ਸੀਗੀ ਉਹ ਸੀਗੀ ਕਿਸੇ ਨਾ ਕਿਸੇ, ਕਾਂਗਰਸ ਵੇਲੇ ਵੀ। ਮੇਰਾ ਇਹ ਕਹਿਣ ਦਾ ਮਤਲਬ ਨਹੀਂ ਵੀ ਕਾਂਗਰਸ ਬੜੀ ਦੁੱਧ ਧੋਤੀ ਸੀਗੀ, ਪਰ ਜੋ ਬੇੜਾ ਗਰਕਾਉਣਾ ਕਾਂਗਰਸ ਨੇ ਸ਼ੁਰੂ ਕੀਤਾ ਨਾ, ਉਹ ਬੀਜੇਪੀ ਨੇ ਫਾਸਟ ਟਰੈਕ ਤੇ ਪਾਤਾ ਜੀ। ਉਹ ਸਾਡਾ ਬੇੜਾ ਗਰਕਾਉਣ ਵਾਲਾ ਜਿਹੜਾ ਕੰਮ ਸੀਗਾ। ਬਿਲਕੁਲ ਜੀ। ਉਹ ਕਿਸੇ ਨੇ ਕਿਹਾ ਕਿ ਕਾਂਗਰਸ ਹਲਾਲ ਕਰਦੀ ਸੀ ਇਹ ਝਟਕੇ ਨਾਲ, ਮਤਲਬ ਇਹ ਝਟਕਾ ਰਿਹਾ ਜਮਹੂਰੀਅਤ ਨੂੰ, ਉਹ ਹਲਾਲ ਕਰਦੀ ਜਮਹੂਰੀਅਤ। ਮੈਂ ਹੀ ਕਿਹਾ ਸੀ ਜੀ, ਇਹ ਬਹੁਤ ਦੇਰ ਪਹਿਲਾਂ ਕਿਹਾ ਸੀ, 2015-16 ਚ ਵੀ ਉਹ ਹਲਾਲ ਕਰ ਰਹੇ ਸੀਗੇ ਤੇ ਝਟਕਾ ਰਹੇ ਨੇ, ਵੀ ਬਸ ਵੀ ਇਹਨਾਂ ਟਾਈਮ ਕਾਤੇ ਲਾਤਾ ਇਹਨਾਂ ਨੇ, ਇਹਨਾਂ ਨੂੰ ਖਤਮ ਕਰਨ ਨੂੰ। ਬਿਲਕੁਲ ਜੀ, ਬਿਲਕੁਲ। ਤੁਹਾਡੀ ਗੱਲਬਾਤ ਹੋਈ ਹੋਣੀ ਹੈ ਡਾਕਟਰ ਸਾਹਿਬ ਆਪਣੇ ਭੂਸ਼ਣ ਉਹਨਾਂ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ? ਹਾਂਜੀ, ਉਹ ਬੜੇ ਅਪਬੀਟ ਹੈ, ਬੜੇ ਇਸ ਗੱਲ ਤੇ ਉਹ ਤਸੱਲੀ ਹੈ ਕਿ ਮੈਂ ਆਪਣਾ ਫਰਜ਼, ਇਤਿਹਾਸਕ ਫਰਜ਼ ਨਿਭਾ ਰਿਹਾ ਹੈਗਾ ਹੈ, ਔਰ ਮੈਂ ਕੋਈ ਹੀਰੋ ਨਹੀਂ ਹੈਗਾ ਹੈ, ਨਾ ਮੈਨੂੰ ਹੀਰੋ ਬਣਾਓ। ਮੈਂ ਇੱਕ ਆਮ ਨਾਗਰਿਕ ਦਾ ਜੋ ਫਰਜ਼ ਬਣਦਾ ਹੈਗਾ, ਇੱਕ ਸੁਘੜ ਨਾਗਰਿਕ ਦਾ ਫਰਜ਼ ਬਣਦਾ, ਮੈਂ ਫਰਜ਼ ਨਿਭਾ ਰਿਹਾ ਹੈਗਾ। ਔਰ ਜੇ ਮੈਂ ਨਾ ਬੋਲੂਗਾ ਇਸ ਵੇਲੇ, ਮੈਂ ਆਪਣੇ ਆਪ ਨੂੰ ਕਦੀ ਮਾਫ ਨਹੀਂ ਕਰੂੰਗਾ, ਇਤਿਹਾਸ ਮੈਨੂੰ ਮਾਫ ਨਹੀਂ ਕਰੂਗਾ। ਜੀ ਤੈਨੂੰ ਪਤਾ ਸੀਗਾ, ਤੂੰ ਕਿਉਂ ਨਹੀਂ ਬੋਲਿਆ? ਕਾਸ਼ ਇਹ ਭਾਵਨਾ ਹਰ ਹਿੰਦੁਸਤਾਨੀ ਦੇ ਮਨ ਵਿੱਚ ਹੋਵੇ, ਇਹ ਸਪਿਰਿਟ ਹਰ ਇੱਕ ਪੰਜਾਬੀ ਦੇ, ਹਿੰਦੁਸਤਾਨੀ ਦੇ ਦਿਲ ਵਿੱਚ ਹੋਵੇ, ਤਾਂ ਇੱਥੇ ਜਮਹੂਰੀਅਤ ਤਾਂ ਹੀ ਬਚੂਗੀ। ਜੇ ਪ੍ਰਸ਼ਾਂਤ ਵਾਲੀ ਹੋਰਾਂ ਦੀ ਭਾਵਨਾ ਹਰ ਕੋਈ ਬੰਦਾ ਅਪਣਾਵੇ ਤੇ ਇਸ ਜ਼ੁਲਮ ਦੇ ਖਿਲਾਫ, ਇਸ ਧੱਕੇ ਦੇ ਖਿਲਾਫ, ਇਸ ਜਮਹੂਰੀ ਦੇ ਕਤਲ ਦੇ ਖਿਲਾਫ ਆਪਣੇ ਵਿਚਾਰ ਖੁੱਲ ਕੇ ਪ੍ਰਗਟ ਕਰੇ। ਕਿੰਨੇ ਕੁ ਲੋਕਾਂ ਨੂੰ ਜੇਲ੍ਹਾਂ 'ਚ ਪਾ ਦੇਣਗੇ, ਕਿੰਨੇ ਕੋਈ ਜੇਲ੍ਹਾਂ ਹੈਗੀਆਂ, ਕਿੰਨੇ ਕੁ ਲੋਕਾਂ ਨੂੰ ਅੰਦਰ ਕਰ ਦੇਣਗੇ। ਜੇ ਹਰ ਕੋਈ, ਬਹੁਤ ਲੋਕਾਂ ਨੇ ਕਿਹਾ ਕਿ ਜੇ ਪ੍ਰਸ਼ਾਂਤ ਨੂੰ ਅੰਦਰ ਕਰਨਾ, ਸਾਨੂੰ ਵੀ ਅੰਦਰ ਕਰੋ ਤੁਸੀਂ। ਬਹੁਤ ਹਜ਼ਾਰਾਂ ਲੋਕਾਂ ਨੇ ਕਿਹਾ ਜੀ। ਤੇ ਡਾਕਟਰ ਸਾਹਿਬ ਅੱਜ 24 ਤਰੀਕ ਤੱਕ ਦੀ ਸੀਗੀ, ਉਹਨਾਂ ਨੇ 4 ਦਿਨ ਦੀ ਮੋਹਲਤ ਦਿੱਤੀ ਸੀਗੀ, ਤੇ 24 ਅੱਜ ਲੰਘ ਗਈ ਆ, ਤੇ ਮੈਨੂੰ ਲੱਗਦਾ ਫੈਸਲਾ ਫਿਰ ਸੁਣਾਉਣਗੇ ਜੀ ਇਹ ਹੁਣ ਜਲਦੀ। ਨਹੀਂ, ਕੱਲ ਨੂੰ ਹੀਰਿੰਗ ਹੈ ਜੀ, ਕੱਲ ਨੂੰ। ਅੱਛਾ, ਕੱਲ ਨੂੰ ਹੀਰਿੰਗ ਹੈਗੀ ਹੈ ਜੀ। ਹਾਂਜੀ, ਉਹ ਵੀ ਸੁਪਰੀਮ ਕੋਰਟ ਨੇ ਜਾਣ ਕੇ ਬਸ 2 ਦਿਨ ਜਿਵੇਂ ਹੋਰ ਆਪਣੇ ਵਾਸਤੇ ਖਰੀਦੇ ਉਹਨਾਂ ਨੇ, ਇਹਦੇ ਵਾਸਤੇ ਨਹੀਂ। ਇਹਦਾ ਕਹਿੰਦਾ ਕਿ ਕੋਰਟ ਦਾ ਟਾਈਮ ਨਾਲ ਜਾਇਆ ਕਰੋ। ਮੈਂ ਜੋ ਕਹਿਣਾ ਸੀ ਕਹਿਤਾ, ਮੈਂ ਜਿੱਥੇ ਖੜਾ ਉੱਥੇ ਖੜਾ, ਮੈਂ ਨਹੀਂ ਬਦਲਣ ਵਾਲਾ ਹੈਗਾ। ਮੈਂ ਕਨਵਿਕਸ਼ਨ ਨਾਲ ਗੱਲ ਕਹੀ ਹੈ, ਕਲੈਰਿਟੀ ਨਾਲ ਗੱਲ ਕਹੀ ਹੈ, ਔਰ ਮੈਂ ਆਪਣਾ ਫਰਜ਼ ਅਦਾ ਕੀਤਾ। ਮੈਨੂੰ ਇੱਥੇ ਕੋਈ ਪਛਤਾਵਾ ਨਹੀਂ, ਨਾ ਮੈਂ ਤੁਹਾਡੇ ਕੋਲ ਦਇਆ ਮੰਗਦਾ, ਨਾ ਮੈਂ ਤੁਹਾਡੇ ਕੋਲ ਮੈਗਨਾਨੀਮਿਟੀ, ਯਾਨੀ ਕਿ ਤੁਹਾਡਾ ਕੋਈ ਮੇਰੇ ਤੋਂ ਦਇਆ ਕਰੋ, ਕੋਈ ਨਾ ਮੈਂ ਉਹ ਮੰਗਦਾ ਹੈਗਾ। ਤੁਸੀਂ ਜੋ ਕਾਨੂੰਨ ਦੇ ਮੁਤਾਬਕ ਮੇਰੀ ਸਜ਼ਾ ਬਣਦੀ ਮੈਨੂੰ ਦਿਓ, ਤੇ ਮੈਂ ਹੱਸ ਕੇ ਸਵੀਕਾਰ ਕਰਨ ਨੂੰ ਤਿਆਰ ਹੈਗਾ। ਬਹੁਤ ਸੋਹਣਾ ਜੀ, ਯਾਨੀ ਸਲਾਮ ਕਰਨੀ ਬਣਦੀ ਹੈ ਜੀ, ਮੀਨਸ ਵੀ ਮੋਦੀ ਉਹਨਾਂ ਦੇ ਨਾਲ ਟੱਕਰ ਲੈਣੀ, ਤੇ ਆਈਡੀਓਲੋਜੀਕਲੀ ਜਿਹੜੀ ਤੁਹਾਡੀ
ਜਿਹੜੀ ਸੀਗਾ ਨਾ ਬ- ਸਿਧਾਂਤਾਂ ਤੇ ਚੱਲਣਾ ਮੀਨਸ ਅਲਟੀਮੇਟਲੀ ਤੁਹਾਨੂੰ ਕੋਈ ਫਿਕਰ ਨਹੀਂ ਹੈਗਾ ਜੀ ਤੇ ਤੁਸੀਂ ਕਾਰਨਰ ਕਰਕੇ ਬਿਲਕੁਲ ਜੀ, ਰੱਖਤਾ ਜੀ ਬਿਲਕੁਲ ਇਹਨਾਂ ਨੇ। ਮੈਂ ਬਿਲਕੁਲ। ਸੁਪਰੀਮ ਕੋਰਟ ਨਹੀਂ ਕਹੂੰਗਾ ਇੱਥੇ, ਮੋਦੀ ਤੇ ਅਮਿਤ ਸ਼ਾਹ ਨੂੰ ਕਾਰਨਰ ਕਰਕੇ ਰੱਖਤਾ ਜੀ, ਜਿਹੜੇ ਸੁਪਰੀਮ ਕੋਰਟ ਦੇ ਜੱਜ ਦੇ ਇਸ਼ਾਰਿਆਂ ਤੇ ਨੱਚ ਰਹੇ ਸੀਗੇ ਨਾ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ, ਔਰ ਬਿਲकुल ਜੀ। ਔਰ ਬੌਣੇ ਉਸੇ ਉਹ ਅੱਜ ਹਾਂਜੀ ਅੱਜ ਬੌਣੇ ਕਰਤੇ, ਸੁਪਰੀਮ ਕੋਰਟ ਵੀ ਬੌਣੀ ਕਰਤੀ, ਮੋਦੀ ਸ਼ਾਹ ਵੀ ਬੌਣੇ ਕਰਤੇ। ਨਾ ਅਮਰੀਕਾ ਦੇ ਅਖਬਾਰ 'ਚ ਖਬਰ ਲੱਗੀ ਹੈ ਵੀ ਵੀ ਜਿਹੜਾ ਲਾਇਰ ਦੇ ਟਵੀਟ ਨੇ ਉਹਨੇ ਸੁਪਰੀਮ ਕੋਰਟ ਨੂੰ ਟ੍ਰਾਇਲ ਦੇ ਉੱਤੇ ਪਾਤਾ ਜੀ। ਵੈਰੀ ਗੁੱਡ, ਔਰ ਵੈਰੀ ਗੁੱਡ, ਔਰ ਇੱਕ ਠੀਕ ਹੈ ਜੀ, ਉਸੇ ਬਿਲਕੁਲ ਠੀਕ। ਆਰਟੀਕਲ ਦੇ ਵਿੱਚ ਨਿਊਯਾਰਕ ਟਾਈਮਸ ਦੇ ਇੱਕ ਬੜਾ ਕਟਾਕਸ਼ ਕੀਤਾ ਜੀ ਉਹਨਾਂ ਨੇ ਸੁਪਰੀਮ ਕੋਰਟ ਦੇ ਉੱਤੇ, ਕਹ ਲਓ ਜੀ, ਜਾਂ ਆਪਣੇ ਜੁਡੀਸ਼ੀਅਲ ਸਿਸਟਮ ਦੇ ਉੱਤੇ, ਬਈ ਅੱਛਾ। ਜਿਹੜੇ 2 ਟਵੀਟ ਕੀਤੇ ਸੀ ਨਾ ਪ੍ਰਸ਼ਾਂਤ ਭੂਸ਼ਣ ਉਹਨਾਂ ਨੇ ਜੀ ਜੁਡੀਸ਼ਰੀ ਬਾਰੇ, ਹਾਂ ਹਾਂ ਉਹਨਾਂ ਦਾ ਹਾਂ ਹਾਂ। ਕੁੱਲ ਜੋੜ ਬਣਦਾ ਸ਼ਬਦਾਂ ਦਾ, ਜਿਹੜੇ ਉਹਦੇ ਚ ਵਰਡ ਹੈਗੇ ਨੇ ਟੋਟਲ ਕਰੈਕਟਰ, ਉਹ ਹੈਗੇ ਨੇ 478। ਆਹ ਉਹ ਕਹਿੰਦੇ ਇੱਕ 478 ਸ਼ਬਦਾਂ ਦੇ 2 ਟਵੀਟਸ ਨੇ, 2 ਟਵੀਟਸ ਆਹ ਕਰਕੇ ਸੁਪਰੀਮ ਕੋਰਟ ਨੂੰ 108 ਪੇਜਾਂ ਦੀ ਜੱਜਮੈਂਟ ਸੁਣਾਉਣੀ ਪੈ ਗਈ ਸੀ। ਬਿਲਕੁਲ ਬਿਲਕੁਲ ਜੀ, ਬਿਲਕੁਲ ਹਾਂਜੀ, ਬਿਲਕੁਲ ਜੀ, 108 ਬਿਲਕੁਲ ਜੀ। ਪੇਜ। ਯਾਨੀ ਇਹ ਕੀ ਹੋ ਕੀ ਰਿਹਾ? ਸੁਪਰੀਮ ਕੋਰਟ ਐਡੇ ਐਡੇ ਸੀਰੀਅਸ ਕੇਸ ਨੇ ਮੁਲਕ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਫੈਸਲੇ ਲੌਂਗ ਪੈਂਡਿੰਗ ਪਏ ਨੇ ਜੀ। ਬਿਲਕੁਲ ਜੀ, ਬਿਲਕੁਲ। ਅਬ ਮਜ਼ਦੂਰਾਂ ਦਾ ਫੈਸਲਾ, ਲੱਖਾਂ ਮਜ਼ਦੂਰ ਪੈਦਲ ਤੁਰ ਤੁਰ ਕੇ ਹਜ਼ਾਰਾਂ ਮਰ ਗਏ ਰਸਤਿਆਂ ਵਿੱਚ, ਤਾਂ ਨਹੀਂ ਸੁਪਰੀਮ ਕੋਰਟ ਬੋਲੀ। ਕਸ਼ਮੀਰ ਬਾਰੇ ਜੇਲ੍ਹ ਤਬਦੀਲ ਕੀਤਾ ਹੋਇਆ, ਇੰਨੇ ਵੱਡੇ ਫੌਜੀ ਉੱਤੇ ਲਾ ਕੇ ਉੱਤੇ ਲੋਕਾਂ ਦੀਆਂ ਸਾਰੀਆਂ ਆਜ਼ਾਦੀਆਂ ਕੁਚਲੀਆਂ ਪਈਆਂ, ਤਾਂ ਨਹੀਂ ਸੁਪਰੀਮ ਕੋਰਟ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੀ ਹੈਗੀ ਹੈ। ਉਸ ਤੋਂ ਇਲਾਵਾ ਜਿਹੜੇ ਹੋਰ ਬਹੁਤ ਇੰਪੋਰਟੈਂਟ ਮੁੱਦੇ ਹੈਗੇ ਹੈ ਪਰਿਆਵਰਨ ਦੇ, ਉਹਨਾਂ ਤੇ ਨਹੀਂ ਸੁਪਰੀਮ ਕੋਰਟ ਬੋਲ ਰਹੀ ਹੈਗੀ ਹੈ। ਹੋਰ ਬਹੁਤ ਸਾਰੀਆਂ ਜਿਹੜੀਆਂ ਪਰਸਨਲ ਲਿਬਰਟੀਜ਼ ਜਾਂ ਹਿਊਮਨ ਜਿਹੜੀਆਂ ਮਤਲਬ ਸਿਵਲ ਲਿਬਰਟੀਜ਼ ਹੈ, ਉਹਦੇ ਇਸ਼ੂਜ਼ ਬਹੁਤ ਪਏ ਹੈ, ਉਹਦੇ ਕੋਲ ਟਾਈਮ ਹੈ ਨਹੀਂ ਹੈ। ਪਰ ਪ੍ਰਸ਼ਾਂਤ ਭੂਸ਼ਣ 2 ਟਵੀਟਾਂ ਨੂੰ ਲੈ ਕੇ, ਮੋਟੋ ਨੋਟਸ ਲੈ ਕੇ ਇਹਨਾਂ ਨੂੰ, ਕਿਉਂਕਿ ਜਿਹੜੇ ਮਿਸ਼ਰਾ ਸਾਹਿਬ ਰਿਟਾਇਰ ਹੋ ਰਹੇ ਨੇ, ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਦੀ ਸਕੀਮ ਹੈਗੀ ਹੈ ਕਿ ਉਹਨਾਂ ਨੂੰ ਮਤਲਬ ਕੁਝ ਨਾ ਕੁਝ ਸਜ਼ਾ ਸੁਣਾਈ ਜਾਵੇ, ਸਬਕ ਸਿਖਾਇਆ ਜਾਵੇ, ਤੇ ਉਹਨਾਂ ਰਾਹੀਂ ਬਾਕੀਆਂ ਨੂੰ ਤਾੜਨਾ ਕੀਤੀ ਜਾ ਸਕੇ ਕਿ ਜੇ ਕੋਈ ਬੋਲੂਗਾ ਜਾਂ ਕੋਈ ਸੁਪਰੀਮ ਕੋਰਟ ਨੂੰ ਜਾਂ ਜਿਹੜੀ ਸੰਸਥਾਵਾਂ ਜਿਹੜੀਆਂ ਹੌਲੀ ਹੌਲੀ ਭਾਜਪਾ ਆਪਣੇ ਕਬਜ਼ੇ 'ਚ ਲੈ ਰਹੀ ਹੈ, ਉਹਨਾਂ ਦਾ ਵਿਰੋਧ ਕਰੂਗਾ ਤਾਂ ਉਹਨਾਂ ਦਾ ਹਸ਼ਰ ਵੀ ਪ੍ਰਸ਼ਾਂਤ ਭੂਸ਼ਣ ਵਰਗਾ ਹੀ ਹੋਊਗਾ ਜੀ। ਬਿਲਕੁਲ ਜੀ, ਬਿਲਕੁਲ। ਹਾਂ ਤੇ ਜਿਹੜੇ ਇਸ ਤੋਂ ਪਹਿਲਾਂ ਸੀਗੇ, ਦੇਖੋ ਚੀਫ ਜਸਟਿਸ ਰੰਜਨ ਗਗੋਈ, ਉਹ ਦੇਖੋ ਆ ਫੈਸਲਾ ਸੁਣਾ ਕੇ ਅਯੋਧਿਆ ਦੇ ਬਾਅਦ ਤੇ ਰਾਜ ਸਭਾ ਦੇ ਮੈਂਬਰ, ਤੇ ਅੱਗੋਂ ਖਬਰ ਬੀਜੇਪੀ ਵੱਲੋਂ, ਤੇ ਅੱਗੇ ਖਬਰ ਆ ਰਹੀ ਹੈ ਅਸਾਮ ਦੀਆਂ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਜਲਦੀ, ਉਹਦੇ ਵਿੱਚ ਉਹ ਬੀਜੇਪੀ ਦਾ ਹਾਂਜੀ। ਆਪਣੇ ਚੀਫ ਮਿਨਿਸਟਰ ਫੇਸ ਹੋਣਗੇ ਜੀ। ਨਹੀਂ ਜੀ, ਜੋ ਪ੍ਰਸ਼ਾਂਤ ਹੋਣੀ ਕਿਹਾ ਹੈਗਾ ਕਿ ਅਖੀਰਲੇ 4 ਚੀਫ ਜਸਟਿਸ, ਉਹਨਾਂ ਦੇ ਸਬੂਤ ਦਿੱਤੇ ਨੇ, 130-40 ਪੇਜ ਦੇ ਉਹਨਾਂ ਨੇ ਅਡੈਂਡਮ ਉਹ ਲਾਏ ਨੇ ਨਾਲ, ਮਤਲਬ ਨੈਕਸਚਰ ਲਾਏ ਨੇ, ਔਰ ਸਬੂਤਾਂ ਸਮੇਤ ਕਿਹਾ ਕਿ ਇੱਕ ਜੱਜ ਕਰਪਟ ਸੀਗੇ। ਕਰਪਸ਼ਨ ਗੱਲੀ ਇਹ ਨਹੀਂ ਹੁੰਦੀ ਪੈਸੇ ਦਾ ਲੈਣ ਦੇਣ ਹੋਵੇ। ਜੇ ਕੋਈ ਬੰਦਾ ਰਿਟਾਇਰ ਹੋ ਕੇ ਦੂਏ ਦਿਨ ਉਹ ਰਾਜ ਸਭਾ ਦਾ ਮੈਂਬਰ ਬਣ ਜਾਂਦਾ, ਜਾਂ ਉਹਨੂੰ ਕਿਸੇ ਕੰਪਨੀ ਦੇ ਸ਼ੇਅਰ ਮਿਲ ਜਾਂਦੇ, ਜਾਂ ਉਹਦੇ ਬੱਚਿਆਂ ਨੂੰ ਪਲਾਟ ਮਿਲ ਜਾਂਦੇ ਹੈਗੇ ਆ ਗੁੜਗਾਉਂ ਵਿੱਚ, ਉਸੇ ਸ਼ਾਮ ਨੂੰ ਜਿਸ ਸ਼ਾਮ ਨੂੰ ਕੋਈ ਜੱਜਮੈਂਟ ਦਿੰਦਾ ਹੈਗਾ ਹਰਿਆਣਾ ਸਰਕਾਰ ਦੇ ਹੱਕ ਵਿੱਚ, ਜਾਂ ਉਹਨੂੰ ਮਤਲਬ ਇੱਕ ਖਾਸ ਏਰੀਆ 'ਚ ਮਕਾਨ ਬਣਾਉਣ ਦੀ, ਜਿੱਥੇ ਬੈਂਡ ਹੈਗਾ, ਉਹ ਮਕਾਨ ਬਣਾਉਣ ਦੀ ਇਜਾਜ਼ਤ ਮਿਲ ਜਾਂਦੀ, ਤਾਂ ਇਹ ਸਾਰਾ ਰਿਸ਼ਵਤ ਦੇ ਘੇਰੇ ਵਿੱਚ ਆਉਂਦਾ ਹੈਗਾ। ਰਿਸ਼ਵਤ ਇਕੱਲਾ ਪੈਸੇ ਦਾ ਲੈਣ ਦੇਣ ਨਹੀਂ ਹੁੰਦਾ ਹੈਗਾ। ਜੱਜਾਂ ਦੇ ਮਾਮਲੇ ਜਿਸ ਤਰ੍ਹਾਂ ਮਤਲਬ ਇਹਨਾਂ ਜੱਜਾਂ ਨੂੰ ਬਲਾਈਜ਼ ਕੀਤਾ ਹੈਗਾ ਹੈ, ਉਹ ਤੋਂ ਲਾਜ਼ਮੀ ਤੌਰ ਤੇ ਜੁਡੀਸ਼ਰੀ ਉੱਤੇ ਸਵਾਲ ਉੱਠਣੇ ਅਵਸ਼ ਹੈਗੇ ਆ, ਤੇ ਸਵਾਲ ਉੱਠੇ ਨੇ। ਇਹ ਚੰਗੀ ਗੱਲ ਹੈ ਭਾਰਤੀ ਜਮਹੂਰੀਅਤ ਵਾਸਤੇ ਜਾਂ ਲੋਕਾਂ ਵਾਸਤੇ, ਤਾਂ ਕਿ ਜਿਹੜੀ ਲੋਕਾਂ ਦੀ ਅਖੀਰਲੀ ਆਸ ਦੀ ਕਿਰਨ ਸੁਪਰੀਮ ਕੋਰਟ ਹੈ, ਜੇ ਉਹਦੀ ਕਾਸ਼ ਇਸੇ ਮੁੱਦੇ ਨਾਲ ਉਹਦੀ ਜਿਹੜੀ ਭਰੋਸੇਯੋਗਤਾ ਹੈਗੀ ਹੈ ਉਹ ਬਣੀ ਰਵੇ ਤਾਂ ਚੰਗੀ ਗੱਲ ਹੋਊਗੀ। ਨਹੀਂ ਤਾਂ ਲੋਕਾਂ ਦਾ ਇਸ ਤੋਂ ਜਿਹੜਾ ਯਕੀਨ ਹੈਗਾ, ਜਿਹੜਾ ਐਗਜ਼ੈਕਟਿਵ ਤੋਂ ਪਹਿਲਾਂ ਉੱਠਿਆ ਪਿਆ, ਬਿਊਰੋਕ੍ਰੇਸੀ ਤੋਂ ਵੀ ਉੱਠਿਆ ਪਿਆ, ਮੀਡੀਆ ਤੋਂ ਵੀ ਉੱਠਿਆ ਪਿਆ, ਅਖੀਰਲਾ ਥੰਮ ਇਹ ਲੱਗਦਾ ਸੀ ਕਿ ਜੁਡੀਸ਼ਰੀ ਹੈਗੀ ਹੈ। ਪਰ ਜਿਸ ਤਰ੍ਹਾਂ ਪਿਛਲੇ 6 ਮਹੀਨੇ ਸਾਲ ਤੋਂ ਜੁਡੀਸ਼ਰੀ ਐਕਟ ਕਰ ਰਹੀ ਹੈਗੀ ਹੈ, ਉਸ ਤੋਂ ਲੋਕਾਂ ਨੂੰ ਇਸ ਦੇ ਕਿਰਦਾਰ ਬਾਰੇ ਵੀ, ਇਸ ਦੇ ਕਰੈਕਟਰ ਬਾਰੇ ਵੀ ਸ਼ੱਕੇ ਹੋਣੇ ਸ਼ੁਰੂ ਹੋਏ ਹੈ। ਕਾਸ਼ ਜੁਡੀਸ਼ਰੀ ਮੁੜ ਕੇ ਆਪਣੇ ਸਾਰੇ ਵਿਵਹਾਰ ਬਾਰੇ ਸੋਚੇ, ਤੇ ਜਿਵੇਂ ਰੱਬ ਕਹਿੰਦੇ, ਮੀ ਲਾਰਡ ਕਹਿੰਦੇ ਹੈਗੇ ਆ, ਉਹਦਾ ਜਿਹੜਾ ਆਪਣਾ ਰੁਤਬਾ ਹੈਗਾ ਉਹਨੂੰ ਖੁਸਣ ਨਾ ਦੇਵੇ, ਉਹਨੂੰ ਮੁੜ ਕੇ ਬਹਾਲ ਕਰੇ ਜੀ। ਉਮੀਦ ਕਰਦੇ ਹਾਂ ਜੀ, ਬਿਲਕੁਲ। ਪਰ ਚਲੋ ਆ ਬਹੁਤ ਸੋਹਣੀ ਕੋਸ਼ਿਸ਼ ਹੈ ਜੀ ਪ੍ਰਸ਼ਾਂਤ ਭੂਸ਼ਣ ਉਹਨਾਂ ਦੀ, ਤੁਹਾਡੀ ਵੀ, ਤੁਸੀਂ ਨਾਲ ਜੁੜੇ ਹੋ, ਹਾਂਜੀ ਔਰ ਹਰੇਕ ਇਹਨਾਂ ਦੀ ਜਿਹੜੀ ਹਾਂਜੀ ਧੱਕੇਸ਼ਾਹੀ ਦੇ ਖਿਲਾਫ ਤੁਸੀਂ ਮੀਨਸ ਬੋਲੇ ਹੈਗੇ ਹੋ ਜੀ। ਐਨਆਰਸੀ ਹੋਵੇ, ਭਾਵੇਂ ਉਹ ਧਾਰਾ 370 ਵਾਲੀ ਗੱਲਬਾਤ ਹੋਵੇ, ਤੇ ਬਿਲਕੁਲ ਜੀ। ਅੱਗੇ ਡਾਕਟਰ ਸਾਹਿਬ ਤੁਹਾਡਾ ਜਿਹੜੀ ਪੰਜਾਬ ਦੀ ਰਾਜਨੀਤੀ ਹੈ, ਕਿਉਂਕਿ ਜਿਹੜੀਆਂ ਪਿਛਲੀਆਂ ਲੋਕ ਸਭਾ ਚੋਣਾਂ ਨੇ ਤੁਸੀਂ ਵੀ ਉਹ ਲੜੀਆਂ ਨੇ, ਹਾਲਾਂਕਿ ਚਲੋ ਤੁਸੀਂ ਨਹੀਂ ਜਿੱਤ ਸਕੇ, ਪਰ ਹਾਂਜੀ ਮੇਰੇ ਹਿਸਾਬ ਨਾਲ ਵੋਟ ਤੁਹਾਨੂੰ, ਕਿਉਂਕਿ ਲਾਸਟ ਮੂਮੈਂਟ ਤੇ ਤੁਸੀਂ ਪਾਰਟੀ ਬਣਾਈ ਆ, ਕੋਈ ਢਾਂਚਾ ਨਹੀਂ ਪਾਰਟੀ ਦਾ, ਨਵਾਂ ਪੰਜਾਬ ਪਾਰਟੀ, ਹਾਂਜੀ ਹਾਂਜੀ ਤੇ ਉਹਦੇ 'ਚ ਤੁਹਾਨੂੰ ਮੈਨੂੰ ਹਾਂਜੀ ਲੱਗਦਾ 1,60,62,000 ਵੋਟ ਪੈ ਗਈ ਸੀ, ਤੇ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਹਾਂ, ਵੋਟ 1 ਲੱਖ, ਹਾਂਜੀ, ਤਕਰੀਬਨ 65 ਵੋਟ ਪੈ ਗਈ ਸੀਗੀ ਜੀ। ਸੀ। ਹਾਂਜੀ, ਤੇ ਤੁਸੀਂ ਅੱਗੇ ਤੁਹਾਡਾ ਹਾਂਜੀ ਹੁਣ, ਹਾਂਜੀ ਕਿਉਂਕਿ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਕੋਈ ਜ਼ਿਆਦਾ ਦੂਰ ਨਹੀਂ ਰਹਿ ਗਈਆਂ ਜੀ, 1.5 ਸਾਲ ਦਾ ਸਮਾਂ ਆ, ਕਿ ਕੋਈ ਹੈ ਪਲਾਨ ਤੁਹਾਡਾ ਉਸ ਪਾਰਟੀ ਨੂੰ, ਜਾਂ ਦੇਖੋ ਕਿਸੇ ਪਲਾਨ
प्लान तो यही है कि कली कली कोई पार्टी चाहे खैरा है, चाहे बैंस है, चाहे गांधी है, चाहे छोटे पर है, कल्ले बंदियां दी पॉकटां तां हैगियां ਜਾਂ जनरल प्रभाव ਤਾਂ ਹੈਗਾ, ਪਰ ਇੱਕ ਬੰਜਮਾ ਕੋਈ ਟੱਕਰ ਦੇ ਸਕੀਏ ਅਕਾਲੀਆਂ ਨੂੰ ਤੇ ਕਾਂਗਰਸ ਜਿਹਨਾਂ ਕੋਲ 20% ਦਾ ਪੱਕਾ ਵੋਟ ਬੈਂਕ ਉਹਨਾਂ ਲੋਕਾਂ ਦਾ, ਜਿਹਨਾਂ ਦੇ ਇਹਨਾਂ ਨੇ ਆਪਣੇ ਰਾਜਾਂ ਦੌਰਾਨ 20 ਸਾਲ ਰਾਜ ਕੀਤਾ ਹੈਗਾ, ਕੰਮ ਕਰਵਾਏ ਨੇ, ਉਹਨਾਂ ਦੇ ਧੰਦੇ ਕਰਵਾਏ ਨੇ, ਸ਼ਰਾਬ ਬਕਵਾਈ ਹੋਈ ਹੈ, ਜਾਂ ਮਤਲਬ ਖਨਨ ਮਾਫੀਆ ਦਾ ਹਿੱਸਾ ਰਹੇ ਨੇ, ਜਾਂ ਨੌਕਰੀਆਂ ਲਵਾਈਆਂ ਜਾਂ ਬਦਲੀਆਂ ਕਰਵਾਈਆਂ, ਜਿਹੜਾ ਤਾਂ 20% ਦਾ ਪੱਕਾ ਵੋਟ ਬੈਂਕ ਹੈ, ਉਹਦੇ ਨਾਲ ਹੋਰ ਜੋੜ ਲੈਂਦੇ ਆ ਪੈਸੇ ਨਾਲ ਜਾਂ ਸ਼ਰਾਬਾਂ ਨਾਲ ਜਾਂ ਹੋਰ ਤਰੀਕਿਆਂ ਨਾਲ, ਇਹ ਜਿੱਤੇ ਆ ਰਹੇ ਨੇ। ਤੇ ਜੇ ਇਸ ਇਹਨਾਂ ਦੇ ਚੈਲੰਜ ਕਰਨਾ ਹੈਗਾ ਤਾਂ ਪੰਜਾਬ ਨੂੰ ਅੱਜ ਉਸ ਖੇਤਰੀ ਪਾਰਟੀ ਦੀ ਲੋੜ ਹੈ ਜਿਹੜਾ ਬਾਦਲ, ਜਿਹੜਾ ਅਕਾਲੀ ਦਲ ਬਾਦਲ ਹੈ, ਪੰਜਾਬ ਨੂੰ ਵਿਦਾਵਾ ਲਿਖ ਕੇ ਇੱਕ ਕੇਂਦਰੀਵਾਦੀ ਪਾਰਟੀ ਦੀ ਗੋਦੀ ਜਾ ਬੈਠਾ ਹੈਗਾ, ਔਰ ਉਹਦੇ ਆਰਥਿਕ ਹਿੱਤ ਜਿਹੜੇ ਹੈਗੇ ਆ ਉਹ ਇੰਡੀਅਨ ਕਾਰਪੋਰੇਟ ਸੈਕਟਰ ਨਾਲ ਜੁੜ ਗਏ। ਹੁਣ ਉਹ ਕਿਸਾਨ ਨਹੀਂ ਹੈਗਾ, ਉਹ ਇੰਡੀਅਨ ਕਾਰਪੋਰੇਟ ਸੈਕਟਰ ਦਾ ਇੱਕ ਹਿੱਸਾ ਹੈਗਾ ਹੈ। ਅੱਜ ਉਹ ਪੰਜਾਬ ਨੂੰ ਨੁਮਾਇੰਦਗੀ ਨਹੀਂ ਕਰਦਾ, ਜੋ ਕੇਂਦਰੀਵਾਦੀ ਸਿਆਸਤ ਦੀ ਨੁਮਾਇੰਦਗੀ ਕਰਦਾ ਹੈਗਾ, ਅੱਜ ਉਹ ਹਿੰਦੂਤਵਾਦੀ ਸਿਆਸਤ ਦੀ ਨੁਮਾਇੰਦਗੀ ਕਰਦਾ ਹੈਗਾ। ਤਾਂ ਪੰਜਾਬ ਨੂੰ ਆਪਣੇ ਇੱਕ ਪੰਜਾਬ ਦੇ ਆਪਣੀ ਪਾਰਟੀ ਚਾਹੀਦੀ ਹੈ ਜਿਹੜੀ ਪੰਜਾਬ ਨੂੰ ਕੇਂਦਰ 'ਚ ਰੱਖ ਕੇ ਸਿਆਸਤ ਕਰੇ, ਪੰਜਾਬ ਦੇ ਹਿੱਤਾਂ ਵਾਸਤੇ ਸਿਆਸਤ ਕਰੇ, ਪੰਜਾਬ ਦੀ ਜੋ ਦੁਰਦਸ਼ਾ ਹੈਗੀ ਹੈ ਉਹਨੂੰ ਸੈਂਟਰ 'ਚ ਰੱਖ ਕੇ ਉਹਦੇ ਵਾਸਤੇ ਆਪਣਾ ਪ੍ਰੋਗਰਾਮ ਲਿਖ ਕੇ, ਤੇ ਉਹਦੇ ਵਿੱਚ ਖਹਿਰਾ ਸਾਹਿਬ, ਮੈਂ ਤੇ ਛੋਟੇਪੁਰ ਸਾਹਿਬ ਇੱਕ ਮੀਟਿੰਗ ਪਰਮਿੰਦਰ ਢਿੰਡਸਾ ਵੀ ਆਏ ਸੀਗੇ, ਤੇ ਅਸੀਂ ਸਿੱਧੂ ਸਾਹਿਬ ਨਾਲ ਵੀ ਕੰਟੈਕਟ ਕਰ ਰਹੇ ਹਾਂ ਕਿ ਦੇਖੋ ਕੋਈ 100% ਬੰਦਾ ਕੋਈ ਵੀ ਠੀਕ ਨਹੀਂ ਹੁੰਦਾ ਹੈਗਾ। 100% ਤੁਸੀਂ ਹੁਣ ਅੱਜ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਫਲਾਣੇ 'ਚ ਕੋਈ ਕੋਈ ਕਾਰਨ ਨਹੀਂ ਹੈਗਾ ਜਾਂ ਮੇਰੇ 'ਚ ਕੋਈ ਕਾਰਨ ਨਹੀਂ ਹੈਗਾ। ਪਰ ਅੱਜ ਜਿੰਨੀ ਵੱਡੀ ਲੋੜ ਬਣੀ ਪਈ ਹੈ ਇਹਨਾਂ ਦੋ ਪਾਰਟੀਆਂ ਨੂੰ ਲਾਣ ਦੀ ਜਾਂ ਇਹਨਾਂ ਨੂੰ ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਦਫਾ ਕਰਨ ਦੀ, ਉਹਦੇ ਵਾਸਤੇ ਸਾਰੀਆਂ ਪੰਜਾਬ ਪੱਖੀ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ। ਸਾਰੀਆਂ ਪਾਰਟੀਆਂ ਆਪਣੀਆਂ ਪਾਰਟੀਆਂ, ਅਸੀਂ ਸਾਰੇ ਬੰਦੇ ਆਪਣੀ ਪਾਰਟੀਆਂ ਭੰਗ ਕਰਨ ਲੱਗੇ ਹੈਗੇ ਆ। ਅਗਲੀ ਮੀਟਿੰਗ ਤੱਕ ਹੋ ਜਾਊਗਾ, ਉਸ ਤੋਂ ਬਾਅਦ ਇੱਕ ਲੀਡਰ, ਇੱਕ ਝੰਡਾ, ਇੱਕ ਵਿਧਾਨ, ਇੱਕ ਨਿਸ਼ਾਨ ਦੇ ਅਧੀਨ ਅਸੀਂ ਪੰਜਾਬ ਵਿੱਚ ਇੱਕ ਮਤਲਬ ਪੰਜਾਬ ਪੱਖੀ ਪਾਰਟੀ, ਜੇ ਖੇਤਰੀ ਪਾਰਟੀ ਅਸੀਂ ਬਣਾਉਣ ਵੱਲ ਅੱਗੇ ਵਧ ਰਹੇ ਹਾਂ ਜੀ। ਇਹ ਤੁਸੀਂ ਬਹੁਤ ਵਧੀਆ ਖਬਰ ਸੁਣਾਈ ਜੀ, ਕਿਉਂਕਿ ਆਪਾਂ ਵੀ ਬਹੁਤ ਦੇਰ ਤੋਂ ਖੈਰ ਇਨ ਟੱਚ ਨਹੀਂ ਹੈਗੇ। ਤੁਹਾਡਾ ਸ਼ਿਕਵਾ ਵੀ ਹੈਗਾ ਮੇਰੇ ਨਾਲ ਵੀ ਆ, ਮੈਂ ਨੇਕੀ ਢੱਡਰੀ ਤੇ ਇਹ ਉਹ ਇੱਧਰਲੇ ਪਾਸੇ ਨੂੰ ਪੈ ਗਏ ਹੋਏ ਆ। ਪਰ ਹਾਂਜੀ, ਹਾਂਜੀ ਮੈਂ ਤਾਂ ਕਿਹਾ ਅਸੀਂ ਆਪਣਾ ਬੰਦਾ ਹੀ ਗਵਾ ਲਿਆ ਯਾਰ, ਚੰਗਾ ਉਧਰ ਫਸੇ ਆ। ਨਹੀਂ ਪਰਮਜੋਤ ਨਹੀਂ ਡਾਕਟਰ ਸਾਹਿਬ, ਮੇਰਾ ਵੀ ਸ਼ਿਕਵਾ ਜੀ ਇਹ ਜਿਵੇਂ ਤੁਹਾਡਾ ਸ਼ਿਕਵਾ ਨਾ, ਇਹ ਮੇਰਾ ਵੀ ਸ਼ਿਕਵਾ। ਤੁਸੀਂ ਕੋਈ ਧਿਰਤਾ ਖੜੀ ਕਰੋ। ਹੁਣ ਦੇਖੋ ਅਸੀਂ ਇੱਥੋਂ ਛੱਡ ਕੇ ਤਾਂ ਨਹੀਂ ਆ ਸਕਦੇ ਜੀ, ਪਰ ਜਿੰਨੀ ਕਰ ਸਕਦੇ ਆ ਕਰਾਂਗੇ। ਮੈਨੂੰ ਪਤਾ, ਤੁਸੀਂ ਧਿਰ ਖੜੀ ਕਰੋ, ਮੈਂ ਕਹਿੰਦਾ ਨੇਕੀ ਢੱਡਰੀ ਵਗਾ ਕੇ ਮਾਰੂੰਗਾ ਜੀ। ਕੋਈ ਪ੍ਰੋਗਰਾਮ ਨਹੀਂ ਹੈਗਾ ਜੀ ਹੋਰ। ਤੁਸੀਂ ਆਹ ਖਬਰ ਬੜੀ ਵਧੀਆ ਸੁਣਾਈ। ਨਹੀਂ ਕੋਈ ਗੱਲ ਨਹੀਂ ਜੀ, ਅਸੀਂ ਕੋਸ਼ਿਸ਼ ਕਰ ਰਹੇ, ਲਗਾਤਾਰ ਲੱਗੇ ਹੋਏ ਆ ਜੀ। ਦੇਖੋ ਤੁਸੀਂ ਆ ਪੰਜਾਬ 'ਚ 14-16 ਬੱਚਿਆਂ ਤੇ UAPA ਲਾ ਕੇ ਅੰਦਰ ਕੀਤੇ ਨੇ, ਗਰੀਬ ਬੱਚੇ, ਆਮ ਤੌਰ ਤੇ ਜ਼ਿਆਦਾ ਦਲਿਤ ਨੇ, ਸਾਰੇ ਪੰਜਾਬ 'ਚ ਘੁੰਮੇ ਆ, ਪਬਲਿਕ ਮੀਟਿੰਗਾਂ ਕੀਤੀਆਂ, ਪਬਲਿਕ ਹੀਅਰਿੰਗ ਕੀਤੀ ਹੈਗੀ ਹੈ, ਲੋਕਾਂ ਦੀ ਜਨ ਸੁਣਵਾਈ ਕੀਤੀ ਹੈ। ਫਿਰ ਅਸੀਂ ਮੈਂ ਤੇ ਖਹਿਰਾ ਸਾਹਿਬ ਦੋਨੋਂ ਸੀਗੇ ਹੈਗਾ। ਹੋਰ ਵੀ ਜਿੱਥੇ ਪੰਜਾਬ ਦਾ ਧੱਕਾ ਹੁੰਦਾ ਉੱਥੇ ਬੋਲੀ ਦਾ ਜੀ, ਚਾਹੇ ਸੈਂਟਰ ਧੱਕਾ ਕਰੇ ਤਾਂ ਦਿੱਲੀ ਜਾ ਕੇ ਗ੍ਰਿਫਤਾਰੀ ਵੀ ਦਿੱਤੀ ਹੈ, ਲੜੇ ਵੀ ਹੈਗੇ ਹੈ, ਮੁਜ਼ਾਹਰੇ ਵੀ ਕੀਤੇ ਹੈ। ਮਲੇਰਕੋਟਲਾ ਹੋਵੇ, ਚਾਹੇ ਲੁਧਿਆਣਾ ਹੋਵੇ, ਚਾਹੇ ਉਹ ਮਾਨਸਾ ਹੋਵੇ, ਚਾਹੇ ਚੰਡੀਗੜ੍ਹ, ਚਾਹੇ ਪਟਿਆਲੇ, 3 ਮੁਜ਼ਾਹਰੇ ਕੀਤੇ ਹੈਗੇ ਆ ਅਲੱਗ-ਅਲੱਗ ਲੋਕਾਂ ਨਾਲ ਰਲ ਕੇ। ਸੋ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਸਿਆਸਤ ਨੂੰ, ਜਿਹੜੀ ਲੋਕ ਪੱਖ ਦੀ ਸਿਆਸਤ ਹੈ, ਜਮਹੂਰੀਅਤ ਦੀ ਸਿਆਸਤ ਹੈ, ਬਰਾਬਰੀ ਦੀ ਸਿਆਸਤ ਹੈ, ਪੰਜਾਬ ਦੀ ਸਿਆਸਤ ਹੈ, ਉਹਨੂੰ ਅਸੀਂ ਜਿਉਂਦਾ ਰੱਖ ਰਹੇ ਹਾਂ ਜੀ ਕਿਸੇ ਨਾ ਕਿਸੇ ਤਰ੍ਹਾਂ। ਬਸ ਉਮੀਦ ਹੈ। ਬਹੁਤ ਸੋਹਣੀ ਖਬਰ ਸੁਣਾਈ ਜੀ ਤੁਸੀਂ ਇਹ ਵਾਲੀ ਵੀ। ਹੋਪਫੁਲੀ ਤੁਹਾਡਾ ਇਹ ਜਿਹੜਾ ਹੈਗਾ ਵੀ ਸਾਰੇ ਇਕੱਠੇ ਇੱਕ ਪਲੇਟਫਾਰਮ ਤੇ ਆ ਜਾਣ ਤੇ ਪੰਜਾਬ ਨੂੰ, ਜਾਨੀ ਮੇਰਾ ਮੰਨਣਾ ਹੈਗਾ ਵੀ ਪੰਜਾਬ ਨੂੰ ਪੰਜਾਬ ਤੋਂ ਚੱਲਣ ਵਾਲੀ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸਿਆਸੀ ਪਾਰਟੀ ਦੀ ਸਖਤ ਲੋੜ ਹੈ ਜੀ। ਬਿਲਕੁਲ ਜੀ, ਬਿਲਕੁਲ ਇਹਦੇ 'ਚ ਬੇਸ਼ੱਕ ਅਕਾਲੀ ਦਲ ਪੰਜਾਬ ਦੀ ਪਾਰਟੀ ਹੈਗੀ ਆ, ਪਰ ਉਹਦੇ ਫੈਸਲੇ ਨਾ ਤਾਂ ਪੰਜਾਬੀਆਂ ਦੇ ਹੱਕ 'ਚ ਨੇ ਜੀ, ਨਾ ਉਹ ਪੰਜਾਬੀਆਂ ਦੇ ਹਿੱਤ ਪੂਰਦੀ ਆ। ਉਹ ਤਾਂ ਆਪਣਾ ਸਾਰਾ ਅਕਾਲੀ ਲਾਣਾ ਆਪਣੇ ਹਿੱਤ ਪੂਰ ਰਿਹਾ, ਤੇ ਕਾਂਗਰਸ ਤਾਂ ਵੈਸੇ ਹੀ ਕੇਂਦਰ ਤੋਂ ਚੱਲਣ ਵਾਲੀ ਪਾਰਟੀ ਹੈ। ਬਿਲਕੁਲ ਜੀ, ਬਿਲਕੁਲ। ਆਮ ਆਦਮੀ ਪਾਰਟੀ ਵੀ ਅਗਰ ਚਲੋ ਪੰਜਾਬ ਦੇ ਵਿੱਚ ਅਗਰ ਇਹ ਸਰਕਾਰ ਬਣਾ ਜਾਂਦੀ ਤਾਂ ਚੱਲਣੀ ਇਹ ਵੀ ਕੇਂਦਰ ਤੋਂ ਹੀ ਸੀਗੀ, ਦਿੱਲੀ ਤੋਂ ਹੀ ਚੱਲਣੀ ਸੀ। ਨਹੀਂ, ਇਹਦਾ ਸਾਰਾ ਪ੍ਰੋਗਰਾਮ ਕੇਂਦਰੀਵਾਦੀ ਸਿਆਸਤ ਹੈਗਾ। ਜੇ ਕੇਜਰੀਵਾਲ ਨੇ ਸਲੋਗਨ ਦਿੱਤਾ ਦਿੱਲੀ ਦੁਆਰਾ ਜਿੱਤਣ ਤੋਂ ਬਾਅਦ, ਉਹ ਸੀਗਾ ਕਿ ਇਸ ਟੈਲੀਫੋਨ ਤੇ ਮਿਸਡ ਕਾਲ ਕਰੋ ਤੇ ਰਾਸ਼ਟਰ ਨਿਰਮਾਣ ਕਰੀਏ। ਅਸੀਂ ਤਾਂ ਪੰਜਾਬ ਨਿਰਮਾਣ ਕਰਨਾ ਪਹਿਲਾਂ, ਰਾਸ਼ਟਰ ਨਿਰਮਾਣ ਆਪੇ ਨਾਲ ਹੁੰਦਾ ਰਹੂਗਾ। ਕਿਉਂਕਿ ਜਿਹੜਾ ਪੰਜਾਬ, ਬੰਗਾਲ ਐਂਡ ਉੜੀਸਾ ਔਰ ਤਾਮਿਲਨਾਡੂ ਇਜ਼ ਨਾਟ ਬਿਕੋਜ਼ ਆਫ ਇੰਡੀਆ, ਇੰਡੀਆ ਇਜ਼ ਬਿਕੋਜ਼ ਆਫ ਅਸ। ਇੰਡੀਆ ਇਜ਼ ਬਿਕੋਜ਼ ਆਫ ਸਟੇਟਸ। ਇੰਡੀਆ ਇਜ਼ ਬਿਕੋਜ਼ ਆਫ ਸਟੇਟਸ। ਜੇ ਸਟੇਟਸ ਮਰ ਗਈਆਂ, ਸਟੇਟਸ ਪੰਜਰ ਹੋ ਗਈਆਂ, ਸਟੇਟਸ ਦਾ ਮਾੜਾ ਹਾਲ ਹੋ ਗਿਆ, ਤਾਂ ਸੈਂਟਰ ਕਿੱਥੋਂ ਸਵਾਉਣਾ, ਸੈਂਟਰ ਕਿੱਥੋਂ ਬਚ ਜਾਊਗਾ? ਸੈਂਟਰ ਵੀ ਤਾਂ ਹੁਣ ਜਿਹੜਾ ਮੁਲਕ ਹੈਗਾ ਉਹ ਸਟੇਟ ਸੂਬਿਆਂ ਕਰਕੇ ਮੁਲਕ ਆ। ਮੀਨਸ ਕੇਂਦਰ ਆਪਣਾ ਕੰਮ ਕਰੇ, ਸੂਬੇ ਆਪਣਾ ਕੰਮ ਕਰਨ, ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਨ। ਬਿਲਕੁਲ
ਇਹ ਸਾਰਾ GST ਸੈਂਟਰ 'ਚ ਲੈ ਗਏ, ਸਾਰੇ ਟੈਕਸ ਸੈਂਟਰ 'ਚ ਲੈ ਗਏ, ਵਿਦਿਆ ਸੈਂਟਰ 'ਚ ਲੈ ਗਏ, ਹੈਲਥ ਸੈਂਟਰ 'ਚ ਲੈ ਗਏ, NRHM, ਐਜੂਕੇਸ਼ਨ ਚਲ ਗਈ HRD ਮਿਨਿਸਟਰੀ ਕੋਲ। ਪੰਜਾਬ ਕੋਲ ਤਾਂ ਬਚਿਆ ਕੱਖ ਨਹੀਂ, 2 ਟੈਕਸ ਰਹਿ ਗਏ ਪੰਜਾਬ ਕੋਲ, ਇੱਕ ਸ਼ਰਾਬ ਤੇ ਇੱਕ ਡੀਜ਼ਲ ਤੇ। ਸ਼ਰਾਬ ਵੀ ਡਾਕਟਰ ਸਾਹਿਬ ਪੰਜਾਬ ਦੀ ਲੀਡਰਸ਼ਿਪ, ਕੇਂਦਰ ਵਰਗੀ ਪੰਜਾਬ ਦੀ ਲੀਡਰਸ਼ਿਪ ਆ ਜਿਹੜੀ ਸ਼ਰਾਬ ਦੀ ਕਮਾਈ ਆਪ ਇਹ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਇਹਦੇ ਸ਼ਰਾਬ ਦੇ ਧੰਦੇ ਦੇ ਵਿੱਚ ਬਿਲਕੁਲ ਇਹ ਖਾਈ ਜਾਂਦੇ। ਨਹੀਂ ਜੀ, ਜਿੰਨੇ ਪਰਮਜੋਤ ਜੀ ਜਿੰਨੇ ਰਿਸੋਰਸਸ ਹੈਗੇ, ਜਿੰਨਾ ਖਜ਼ਾਨਾ ਭਰਨਾ ਹੈਗਾ, ਚਾਹੇ ਉਹ ਖਨਨ ਦਾ ਹੈਗਾ ਹੈ, ਚਾਹੇ ਉਹ ਕੇਬਲ ਦਾ ਹੈਗਾ, ਚਾਹੇ ਟਰਾਂਸਪੋਰਟ ਦਾ ਹੈਗਾ, ਚਾਹੇ ਉਹ ਐਕਸਾਈਜ਼ ਦਾ ਹੈਗਾ, ਸਾਰਿਆਂ ਦਾ ਪੈਸਾ ਸਰਕਾਰੀ ਖਜ਼ਾਨੇ ਜਾਣ ਦੀ ਬਜਾਏ ਪਹਿਲਾਂ ਅਕਾਲੀਆਂ ਦੀ ਜੇਬਾਂ ਜਾਂਦਾ ਸੀ, ਹੁਣ ਉਹ ਕਾਂਗਰਸੀ ਲੀਡਰ ਦੀ ਜੇਬਾਂ ਜਾ ਰਿਹਾ ਹੈਗਾ। ਪੰਜਾਬ ਦਾ ਖਜ਼ਾਨਾ ਕਿੱਥੋਂ ਭਰਨਾ? ਕਿੱਥੋਂ ਮੁਲਾਜ਼ਮਤ ਮਿਲਣੀ ਆ, ਕਿੱਥੋਂ ਬੱਚੇ ਤਨਖਾਹ ਮਿਲਣੀ ਆ, ਕਿੱਥੋਂ ਨਵੀਆਂ ਨੌਕਰੀਆਂ ਨਿਕਲਣੀਆਂ, ਕਿੱਥੋਂ ਕਿਸਾਨੀ ਸੰਕਟ ਹੱਲ ਹੋਣਾ, ਕਿੱਥੋਂ ਰੁਜ਼ਗਾਰ ਨਿਕਲਣਾ ਹੈਗਾ। ਪੈਸਾ ਤਾਂ ਇਹਨੇ ਛੱਡਿਆ ਨਹੀਂ ਨਾ, ਇੱਕ ਸੈਂਟਰ ਧੱਕਾ ਕਰੀ ਜਾਂਦਾ, ਇਹ ਕਿੱਥੋਂ ਦੇ ਜਿਹੜੇ ਲੀਡਰ ਹੈ ਉਹਨੀ ਪੰਜਾਬ ਦਾ ਬੇਵਫਾਈ ਕਰ ਰਹੇ ਆ ਉਹ। ਹਾਂ ਬਿਲਕੁਲ, ਮੇਰਾ ਜਿਹੜਾ ਸ਼ਿਕਵਾ ਸੀ ਡਾਕਟਰ ਸਾਹਿਬ ਉਹੀ ਸੀਗਾ ਵੀ ਤੁਸੀਂ ਕਿਉਂਕਿ ਕਹਿੰਦੇ ਸੀਗੇ ਵੀ ਕੇਂਦਰ ਕੋਲ ਇੰਨੀ ਕੁ ਜ਼ਿਆਦਾ ਪਾਵਰ ਹੈਗੀ ਆ, ਸੂਬੇ ਕਰ ਨਹੀਂ ਕੁਝ ਸਕਦੇ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਾਫੀ ਹੱਦ ਤੱਕ, ਬਟ ਸਟਿਲ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ, ਜਿਵੇਂ ਪੁਲਿਸਿੰਗ ਹੈ ਜੀ, ਪੰਜਾਬ ਪੁਲਿਸ ਦੀ ਤਾਂ ਪੰਜਾਬ ਸਰਕਾਰ ਨੇ ਕੰਟਰੋਲ ਕਰਨੀ ਹੈ ਜੀ। ਐਕਸਾਈਜ਼ ਪਾਲਿਸੀ, ਪੰਜਾਬ ਦੀ ਟਰਾਂਸਪੋਰਟ ਪਾਲਿਸੀ, ਅਗਰ ਇਹਦੇ ਵਿੱਚ ਤੁਸੀਂ ਸੁਧਾਰ ਲਿਆ ਦਿਓ। ਜਿਹੜੀ ਐਜੂਕੇਸ਼ਨ ਪਾਲਿਸੀ ਦੇਖੋ ਜੀ, ਮੈਂ ਤਾਂ ਇਹ ਕਹੂੰਗਾ ਜਿਹੜੀ ਮਿਡਲ ਕਲਾਸ ਹੈ ਜੀ ਸਾਰੇ ਮੁਲਕ ਦੀ, ਪਰਟੀਕੂਲਰਲੀ ਇਨ ਪੰਜਾਬ, ਉਹਦੇ ਜਿੰਨੀ ਉਹਦੀ ਇਨਕਮ ਹੈ ਨਾ, ਉਹ ਦੋ ਚੀਜ਼ਾਂ ਵਾਸਤੇ ਜਾ ਰਹੀ ਹੈ ਜੀ। ਇੱਕ ਐਜੂਕੇਸ਼ਨ ਵਾਸਤੇ ਜੀ ਆਪਣੇ ਬੱਚਿਆਂ ਦੀ, ਇੱਕ ਹੈਲਥ ਵਾਸਤੇ ਜੀ। ਔਰ ਐਜੂਕੇਸ਼ਨ ਦੇ ਵਿੱਚ ਵੀ ਸਰਕਾਰੀ ਐਜੂਕੇਸ਼ਨ ਦਾ ਤੇ ਸਰਕਾਰੀ ਹੈਲਥ ਸਿਸਟਮ ਦਾ ਬੇੜਾ ਗਰਕ ਕੀਤਾ ਜੀ ਸਰਕਾਰਾਂ ਨੇ। ਇਹ ਜਿਹੜੇ ਪ੍ਰਾਈਵੇਟ ਹਸਪੀਟਲ, ਪ੍ਰਾਈਵੇਟ ਸਕੂਲ ਹੈਗੇ ਨੇ, ਇਹਦੇ ਵਿੱਚ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਫਿਰ ਜਾਣਾ, ਜਦੋਂ ਸਰਕਾਰੀ ਤੰਤਰ ਬਿਲਕੁਲ ਫੇਲ ਹੋ ਜਾਵੇ। ਬਿਲਕੁਲ ਜੀ, ਬਿਲਕੁਲ। ਤੇ ਇਹ ਖਬਰ ਤੁਸੀਂ ਬਹੁਤ ਸੋਹਣੀ ਸੁਣਾਈ ਹੈ ਜੀ, ਮੈਨੂੰ ਨਹੀਂ ਸੀ ਪਤਾ ਹੈਗਾ ਇਹ। ਤੁਸੀਂ ਹੋਵੋ ਜੀ ਤਿਆਰ, ਤਕੜੇ ਹੋ ਕੇ ਅਸੀਂ ਨਾਲ ਹੈ ਇਹਨਾਂ ਦਾ ਹੀ, ਉਮੀਦ ਕਦੇ ਵੀ ਨਹੀਂ ਛੱਡੀ ਜੀ ਆਪਾਂ। ਥੈਂਕ ਯੂ ਸਰ। ਤੇ ਆਪ ਨੇਕੀ ਆ, ਬਾਕੀ ਸਾਰੇ ਪ੍ਰੋਗਰਾਮ ਛੱਡ ਦਿਆਂਗੇ ਜੀ, ਤੁਸੀਂ ਖਬਰ ਤਾਂ ਸੁਣਾਓ ਜੀ, ਇਹ ਵਧੀਆ ਕੋਈ ਜਾਣੀ। ਇਹ ਠੀਕ ਹੈ ਜੀ, ਕੋਈ ਨਹੀਂ। ਹੋਰ ਕੋਈ ਗੱਲਬਾਤ ਕਹਿਣੀ ਹੋਵੇ ਜੀ ਭੂਸ਼ਣ ਉਹਨਾਂ ਦੇ ਸੰਦਰਭ ਦੇ ਵਿੱਚ, ਕੋਈ ਥੈਂਕ ਯੂ ਜੀ। ਪ੍ਰਵਾਸੀ ਭਰਾਵਾਂ ਨੇ ਹਮੇਸ਼ਾ ਹੀ ਪੰਜਾਬ ਦਾ ਭਲਾ ਚਿਤਵਿਆ, ਪੰਜਾਬ ਨੂੰ ਦਿਲੋਂ ਜਾਨੋਂ ਉਹਨਾਂ ਨੇ ਪੰਜਾਬ ਦਾ ਮਤਲਬ ਇੱਕ ਠੰਡੀ ਹਵਾ ਦਾ ਬੁੱਲਾ ਆਉਣ ਦੀ ਆਸ ਰੱਖੀ ਹੈ। ਕਦੀ ਬਲਵੰਤ ਰਾਮੂਵਾਲੀਆ ਦੀ ਪਾਰਟੀ ਨਾਲ ਰਲ ਕੇ, ਕਦੀ PPP ਨਾਲ ਰਲ ਕੇ, ਕਦੀ ਆਪ ਨਾਲ ਰਲ ਕੇ। ਇਹਨਾਂ ਦਾ ਯੋਗਦਾਨ ਤਾਂ ਹਮੇਸ਼ਾ ਹੀ ਬਹੁਤ ਵੱਡਾ ਰਿਹਾ ਹੈਗਾ, ਜਿੰਨਾ ਇਹਨਾਂ ਦਿਲ ਧੜਕਦਾ ਪੰਜਾਬ ਵਾਸਤੇ। ਅਸੀਂ ਪੰਜਾਬੀ ਬਹੁਤ ਸ਼ੁਕਰਗੁਜ਼ਾਰ ਇਹਨਾਂ ਦੇ ਜੀ। ਇਹ ਸਾਡਾ ਫਰਜ਼ ਵੀ ਬਣਦਾ ਜੀ। ਚਲੋ ਅਸੀਂ ਕਹਿੰਦੇ ਆ ਵੀ ਹੁਣ ਵਿਦੇਸ਼ਾਂ 'ਚ ਤੁਸੀਂ ਵੀ ਘੁੰਮੇ ਹੋ, ਸਾਨੂੰ ਤਾਂ ਇੱਥੇ ਰਹਿੰਦੇ ਨੂੰ ਇੰਨਾ ਟਾਈਮ ਹੋ ਗਿਆ ਵੀ ਇਹ ਪੰਜਾਬੀ ਉੱਥੇ, ਮੇਰੇ ਵਰਗਾ, ਮੈਂ ਆਪਣੀ ਗੱਲ ਕਰਾਂ, ਇੰਡੀਆ 'ਚ ਮੈਂ ਫੇਲ ਸੀਗਾ ਜੀ, ਪੰਜਾਬ 'ਚ ਇੰਡੀਆ 'ਚ ਹੁਣ 24 ਘੰਟੇ ਬਾਅਦ ਜਹਾਜ਼ ਫੜ ਕੇ ਕਿਸੇ ਹੋਰ ਖਿੱਤੇ 'ਚ ਜਾਣਾ ਤੇ ਅਸੀਂ ਇਹ ਕੰਮ ਤੇ ਲੱਗ ਜਾਂਦੇ ਹਾਂ। ਮੀਨਸ ਕਮੀਆਂ ਸਾਡੇ 'ਚ ਘੱਟ ਨੇ ਤੇ ਉੱਥੋਂ ਦੀਆਂ ਸਰਕਾਰਾਂ 'ਚ ਜ਼ਿਆਦਾ ਨੇ। ਬਿਲਕੁਲ, ਕੋਈ ਸ਼ੱਕ ਨਹੀਂ। ਇਹ ਸਰਕਾਰ ਵਧੀਆ ਬਣੇ ਜੀ, ਤੇ ਲੋਕੀ ਤਿਆਰ ਨੇ ਡਾਕਟਰ ਸਾਹਿਬ। ਮੇਰੀ ਇਹ ਜੱਜਮੈਂਟ ਕਹਿੰਦੀ ਆ ਵੀ ਪੰਜਾਬ ਦੇ ਲੋਕੀ ਤਿਆਰ ਨੇ ਬਦਲ ਵਾਸਤੇ। ਲੀਡਰਸ਼ਿਪ ਦੀ ਕਮੀ ਹੈਗੀ ਹੈ ਜੀ ਇਹ, ਵੀ ਲੀਡਰਸ਼ਿਪ ਕ੍ਰਾਈਸਿਸ। ਇਹ ਤੁਸੀਂ ਜਿੱਦਣ ਵੈਕਿਊਮ ਫਿਲ ਕਰਤਾ ਤੇ ਤੁਹਾਨੂੰ ਸਕਸੈਸ ਮਿਲਣੀ ਓ ਮਿਲਣੀ। ਕੋਸ਼ਿਸ਼ ਕਰ ਰਹੇ ਹਾਂ ਜੀ, ਕੋਸ਼ਿਸ਼ ਕਰ ਰਹੇ ਹਾਂ ਜੀ। ਠੀਕ ਹੈ ਜੀ, ਆਪਾਂ ਕਿਸੇ ਵੇਲੇ ਮਹੀਨੇ ਡੇਢ ਮਹੀਨੇ ਤੱਕ ਫੇਰ ਕਰਾਂਗੇ ਜੀ ਗੱਲਬਾਤ। ਜਰੂਰ ਸਰ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਇਹ ਸੀਗੇ ਜੀ ਡਾਕਟਰ ਧਰਮਵੀਰ ਗਾਂਧੀ, ਆਪਣੇ ਸਾਬਕਾ MP ਬਟਾਲੇ ਤੋਂ, ਤੇ ਮੇਰੀ ਵਾਵਾ